ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਦੋਸਤੋ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹਰਬੰਸ ਸਿੰਘ ਜੀ ਨਾਲ ਨੇ। ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਤੇ ਪੰਜਾਬੀਅਤ ਦੀਆਂ ਬਾਤਾਂ ਪਾਵਾਂਗੇ। ਹਰ ਰੋਜ਼ ਦੀ ਤਰ੍ਹਾਂ ਭਾਰਤ ਦੀਆਂ ਕੁਝ ਕਿ ਇਹੋ ਜਿਹੀਆਂ ਮਿੱਠੀਆਂ ਸੁਣਾਉਣੀਆਂ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਹਰ ਰੋਜ਼ ਦੀ ਤਰ੍ਹਾਂ ਹੀ ਨਿਊਜ਼ੀਲੈਂਡ ਦੀ ਗੱਲ ਵੀ ਕਰਾਂਗੇ, ਮੌਸਮ ਦੀ, ਤੇ ਪੰਜਾਬ ਦੀ ਵੀ। ਪੰਜਾਬ ਦੇ ਵਿੱਚ ਤਪਸ਼ਾ ਜਿਹੜੀ ਉਹ ਸਿਖਰ ਦੇ ਉੱਤੇ ਫੇਰ ਪਹੁੰਚ ਗਈ ਹੈ ਤੇ ਨਿਊਜ਼ੀਲੈਂਡ ਦੇ ਵਿੱਚ ਪਾਪਾਟੋਏ ਦੇ ਵਿੱਚ ਆਕਲੈਂਡ ਦੇ ਵਿੱਚ ਅੱਜ ਮੀਂਹ ਤੜਕੇ ਤੋਂ ਪਈ ਜਾਂਦਾ ਤੇ ਤੇਜ਼ ਹਵਾ ਚੱਲੀ ਜਾਂਦੀ ਹੈ ਤੇ ਬਾਹਰ ਕਿੜਮਣ ਹੋਈ ਜਾਂਦੀ ਹੈ ਤੇ ਅਸੀਂ ਭਿੱਜ ਕੇ ਆਏ ਸੀਗੇ ਤੇ ਹੁਣ ਅਸੀਂ ਆਪਦੀਆਂ ਜੈਕਟਾਂ ਸਾਫ਼ ਕਰਕੇ ਇੱਥੇ ਬੈਠੇ ਹਾਂ ਤੇ ਪਹਿਲਾਂ ਤੁਹਾਡਾ ਕਰਦੇ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ ਨੇ? ਬਹੁਤ ਵਧੀਆ। ਤੁਹਾਨੂੰ ਪਤਾ ਨਹੀਂ ਵੀ ਇੰਨੀ ਚੀਜ਼ ਇੰਨੀ ਗੱਲ ਦੁਹਰਾਈ ਦੀ ਨਹੀਂ ਹੁੰਦੀ। ਕਿਹੜੀ? ਫੇਰ ਤੋਂ ਜਦੋਂ ਫੇਰ ਤੋਂ ਆ ਤੇ ਮੈਂ ਕਹਤਾ ਫੇਰ ਤੋਂ ਇੱਕ ਵਾਰ ਫੇਰ ਤੋਂ ਕਹਿ ਕੇ ਅੱਗੇ ਗੱਲਾਂ ਲਗਾਤਾਰਤਾ ਦੇ ਵਿੱਚ ਕਰ ਸਕਦੇ ਆ, ਬਰਕਰਾਰ ਰੱਖਣੀਆਂ ਚਾਹੀਦੀਆਂ ਜੀ। ਚਲੋ ਤੁਸੀਂ ਵੀ ਕਰੇ ਸਿਆਣੀ ਗੱਲ ਕੀਤੀ, ਅੱਗੇ ਵਧੋ। ਟਾਣਾ ਸਾਹਿਬ, ਹਾਂਜੀ। ਇਹਦਾ ਕੀ ਮਤਲਬ ਮੈਂ ਸਮਝਾਂ? ਤੁਸੀਂ ਹਰ ਗੱਲ ਦਾ ਅਰਥ ਨਾ ਕੱਢਿਆ ਕਰੋ ਜੀ। ਮੈਂ ਤੁਹਾਨੂੰ ਇਹ ਗੱਲ ਕਹਿਣਾ ਹੁੰਦਾ ਵੀ ਜਦੋਂ ਬੰਦੇ ਨੂੰ ਪਰਖਣ ਲੱਗ ਜਗੇ ਨਾ, ਬੰਦਾ ਬਹੁਤੀ ਵਾਰ ਫੇਲ ਹੋ ਜਾਂਦਾ। ਇਹ ਤੁਹਾਡੀ ਦਿਲੀ ਇੱਛਾ ਹੋਣੀ ਚਾਹੀਦੀ, ਕਿਸੇ ਨੂੰ ਪਰਖਣਾ ਹੀ ਨਹੀਂ। ਅੱਛਾ ਜੀ। ਕਿਉਂਕਿ ਜਦੋਂ ਪਰਖ ਕਰਦੇ ਆ ਤੇ ਫਿਰ ਤਾਂ ਮੈਂ ਮੰਨਦਾ ਹੀ ਹੁੰਦਾ ਵੀ ਮੈਂ ਤਾਂ ਫੇਲ ਆ। ਅੱਛਾ, ਹਾਂਜੀ। ਚਲੋ ਕੋਈ ਗੱਲ ਨਹੀਂ, ਤੁਸੀਂ ਹਮੇਸ਼ਾ ਪਾਸ ਹੋਏ ਸਾਰੇ ਜਾਣਦੇ ਨੇ ਤੇ ਚੱਜ ਦੇ ਵਿਚਾਰ ਦੀ ਸਾਂਝ ਪਾਓ। ਦੇਖੋ, ਗੋਲਕ ਨੂੰ ਵੀ ਪਤਾ ਨਹੀਂ ਸੀ ਕਿ ਜਿਹਦੇ ਚਾਹ ਦੇ ਵਿੱਚ ਮੈਂ ਫੁੱਲੀ ਪਈ ਆ, ਮੈਂ ਕੁੱਪਾ ਬਣੀ ਪਈ ਆ। ਗੋਲਕ ਨੂੰ ਵੀ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਜਿਹੜੇ ਪੈਸਿਆਂ ਦੇ ਕਰਕੇ ਮੈਂ ਫੁੱਲੀ ਪਈ ਆ, ਮੈਂ ਕੁੱਪਾ ਬਣੀ ਪਈ ਆ, ਮੇਰੀ ਗੋਗੜ ਵਧੀ ਪਈ ਆ, ਇਹ ਪੈਸੇ ਤਾਂ ਮੇਰੇ ਹੈ ਹੀ ਨਹੀਂ। ਇਸ ਗੱਲ ਦਾ ਉਹਨੂੰ ਵੀ ਪਤਾ ਉਦੋਂ ਲੱਗਾ ਜਦੋਂ ਉਹ ਟੁੱਟ ਗਈ। ਵਾਹ, ਕੀ ਬਾਤ ਹੈ ਵੀ ਇਹ ਧਨ ਮੇਰਾ ਨਹੀਂ ਸੀ ਵਾਕਈ। ਇਸ ਕਰਕੇ ਮੇਰੇ ਵੀਰੋ, ਮੇਰੀਓ ਭੈਣੋ, ਤੁਸੀਂ ਪੈਸੇ ਦੇ ਉੱਤੇ ਮਾਣ ਨਾ ਕਰੋ। ਪੈਸਾ ਕਮਾਓ, ਪੈਸੇ ਬਿਨਾ ਸਰਦਾ ਨਹੀਂ ਤੇ ਪੈਸਾ ਬਿਲਕੁਲ ਕਮਾਉਣਾ ਚਾਹੀਦਾ, ਪਰ ਐਵੇਂ ਪੈਸੇ ਦੇ ਢੇਰ ਲਾ ਕੇ ਨਾ ਛੱਡ ਜੋ ਵੀ ਅਗਲੀ ਪੀੜ੍ਹੀ ਇਹ ਸੋਚੀ ਜਾਵੇ ਬਾਪੂ ਚੜਾਈ ਕਦੋਂ ਕਰੂਗਾ। ਉਹਨੇ ਕ ਰੱਖੋ ਜਿਹਦੇ ਨਾਲ ਸਰਦਾ। ਐਵੇਂ ਆਪਾਂ ਕਹਿ ਦਿੰਦੇ ਆ ਤੀਜੀ ਪੀੜ੍ਹੀ, ਚੌਥੀ ਪੀੜ੍ਹੀ ਬਾਰੇ ਐ ਸੋਚ ਲਗੇ, ਆਪਦੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਗੋਰਿਆਂ ਵਾਂਗੂ ਬਸਰ ਕਰਨੀ ਵੀ ਸ਼ੁਰੂ ਕਰੋ। ਵਾਹ, ਕੀ ਬਾਤ ਹੈ ਟਾਣਾ ਸਾਹਿਬ, ਛਾ ਗਏ ਹੋ ਤੁਸੀਂ। ਵਾਕਈ ਜ਼ਿੰਦਗੀ ਗੋਰਿਆਂ ਵਾਕਨ ਜਿਉਣੀ ਚਾਹੀਦੀ ਹੈ, ਮੈਨੂੰ ਇਹ ਲੱਗਦਾ, ਕਿਉਂਕਿ ਅਸੀਂ ਸਾਰੀ ਜ਼ਿੰਦਗੀ ਜੋੜਦੇ ਆਂ ਤੇ ਇਦਾਂ ਹੀ ਲੰਘਾ ਦਿੰਦੇ ਆ। ਨਹੀਂ, ਇਹਦੇ ਪਿੱਛੇ ਇੱਕ ਕਾਰਨ ਹੋਰ ਆ। ਮੈਂ ਵੀ ਨਾ ਆਪਣੇ ਸੱਜਣਾ ਦੋਸਤਾਂ ਦੇ ਨਾਲ ਗੱਲਬਾਤ ਕੀਤੀ ਬਈ ਬਾਹਰਲੇ ਮੁਲਕਾਂ ਦੇ ਵਿੱਚ ਗੋਰੇ ਕਦੇ ਪੈਸੇ ਜੋੜਨ ਬਾਰੇ ਸੋਚਦੇ ਹੀ ਨਹੀਂਗੇ ਤੇ ਆਪਾਂ ਜਿਹੜੇ ਪੰਜਾਬ ਦੇ ਲੋਕ ਆ, ਭਾਰਤ ਦੇ ਲੋਕ ਆ, ਜਿਹੜੇ ਪੈਸੇ ਜੋੜ ਲਗੇ, ਆਪਾਂ ਹੋਰ ਲੱਖ ਨੂੰ 2 ਲੱਖ ਬਣਾ ਲਈਏ, 2 ਨੂੰ 2.5 ਕਰ ਲਈਏ, 2.5 ਨੂੰ 4 ਕਰ ਲਈਏ। ਇਹ ਕਿਉਂ ਆ? ਫਿਰ ਇਹਦਾ ਅਰਥ ਅਸੀਂ ਇਹ ਕੱਢਿਆ, ਆਪਾਂ ਵੀ ਹੁਣ ਇਹ ਕੱਢਾਂਗੇ ਵੀ ਕਾਰਨ ਇਹਦਾ ਇਹ ਆ ਵੀ ਗੋਰਿਆਂ ਨੂੰ ਪਤਾ ਵੀ ਅਸੀਂ ਪੈਸੇ ਨਾ ਜੋੜੀਏ ਸਾਡਾ ਤਾਂ ਵੀ ਸਰ ਜਾਣਾ। ਆਪਾਂ ਪੈਸੇ ਕਿਉਂ ਜੋੜਦੇ ਆ? ਵੀ ਧੀ ਪੁੱਤ ਦਾ ਵਿਆਹ ਕਰਨਾ ਹੈਗਾ। ਉਹਨਾਂ ਨੂੰ ਪਤਾ ਵੀ ਧੀ ਪੁੱਤ ਅਸੀਂ 18-19 ਸਾਲ ਦਾ ਜਦੋਂ ਹੋ ਗਿਆ ਉਹਨੂੰ ਕਹਿਣਾ ਵੀ ਤੇਰੀ ਜ਼ਿੰਦਗੀ ਆਪਣੀ ਹੈ, ਸਾਡੀ ਆਪਣੀ ਹੈ, ਬਾਹਰ ਜਾ ਕੇ ਜੋ ਮਰਜ਼ੀ ਕਰ, ਤੂੰ ਵਿਆਹ ਕਰਵਾ ਨਾ ਕਰਵਾ, ਇੱਕ ਤੋਂ ਵੱਧ ਕਰਵਾ ਲਾ, ਇੱਕ ਵੀ ਨਾ ਕਰਵਾ, ਸਾਡਾ ਇਹਦੇ ਚ ਦਖਲ ਕੋਈ ਨਹੀਂ। ਫਿਰ ਆਪਾਂ ਨੂੰ ਪੰਜਾਬੀਆਂ ਨੂੰ ਜਾਂ ਭਾਰਤੀਆਂ ਨੂੰ ਵੱਧ ਦੁੱਖ ਇਹ ਹੁੰਦਾ ਵੀ ਕਿਤੇ ਇਹ ਨਾ ਹੋਵੇ ਅਸੀਂ ਬਿਮਾਰ ਹੋ ਜਾਈਏ, ਪਤਾ ਨਹੀਂ ਉਦੋਂ 5 ਲੱਖ ਲੱਗ ਜਾਣਾ, 10 ਲੱਗਣਾ ਕਿ 15 ਲੱਗਣਾ। ਇੱਥੇ ਜਿਹੜੀਆਂ ਸਿਹਤ ਸਹੂਲਤਾਂ ਮੁਫਤ ਦੇ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ, ਇਹ 2 ਵੱਡੇ ਖਰਚੇ ਹੁੰਦੇ ਆ। ਮੇਰਾ ਖਿਆਲ ਹੈ ਵੀ ਜੇਕਰ ਇਹ 2 ਵੱਡੇ ਖਰਚੇ ਸਾਡੇ ਉੱਤੇ ਨਾ ਪੈਣ, ਪੰਜਾਬੀਆਂ ਦੇ ਉੱਤੇ, ਸ਼ਾਇਦ ਮਾੜੇ ਮੋਟੇ ਗੋਰੇ ਜੇ ਅਸੀਂ ਵੀ ਬਣ ਜਾਈਏ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ, ਪਰ ਗੱਲ ਇਹ ਹੈ ਨਾ ਕਿ ਇਹ ਤਾਂ ਤੁਹਾਡੀ ਗੱਲ ਵਾਜਬ ਆ ਕਿ 2 ਚੀਜ਼ਾਂ ਦਾ ਕਰਕੇ ਬੰਦਾ ਹਮੇਸ਼ਾ ਜੋੜਦਾ ਰਹਿੰਦਾ, ਪਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੀ ਇਹ ਜਿਹੜੀ ਜੋੜਨ ਦੀ ਆਦਤ ਆ, ਇਹਦੇ ਕਰਕੇ ਵੀ ਸਾਡੇ ਜਿਹੜੇ ਬੱਚੇ, ਮੈਂ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਬੰਨ੍ਹਦੀ ਪਈ, ਪਰ ਜੇ ਕੁਝ ਕੁ ਦੀ ਮੈਂ ਗੱਲ ਕਰਾਂ ਵੀ ਇਸ ਪੈਸੇ ਜੁੜੇ ਹੋਣ ਦਾ ਕਰਕੇ ਸਾਡੇ ਬੱਚੇ ਵੀ ਜਿਹੜੇ ਨੇ ਉਹ ਮਿਹਨਤ ਕਰਨ ਤੋਂ ਕਤਰਾਉਣ ਲੱਗ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਬਾਪੂ ਕੋਲੇ ਹੈਗਾ, ਮੁੜ ਕੇ ਆਪਾਂ ਨੂੰ ਹੀ ਮਿਲਣਾ ਤੇ ਆਪਾਂ ਨੂੰ ਕੀ ਲੋੜ ਹੈ ਬਾਪੂ ਦੇ ਪੈਸੇ ਤੇ ਐਸ਼ ਕਰਾਂਗੇ, ਕਦੀ ਬੁਲਟ ਲਵਾਂਗੇ, ਕਦੀ ਗੱਡੀ ਲਵਾਂਗੇ, ਕਦੀ ਸਕੂਟਰੀ ਲਵਾਂਗੇ, ਕਦੇ ਕੁਛ ਕਰਾਂਗੇ, ਕਦੇ ਕੁਛ ਕਰਾਂਗੇ। ਔਰ ਅੱਧਿਓਂ ਜ਼ਿਆਦਾ ਲੋਕ ਜਿਹੜੇ ਨੇ ਇਸੇ ਕਰਕੇ ਮਿਹਨਤ ਤੋਂ ਮੁੱਖ ਮੋੜ ਲੈਂਦੇ ਨੇ। ਬੱਚਿਆਂ ਨੂੰ, ਆਪਦੀ ਔਲਾਦ ਨੂੰ ਆਪ ਕਮਾਉਣ ਦਾ ਹੁਨਰ ਸਿਖਾਓ। ਬਿਲਕੁਲ, ਉਹਨਾਂ ਨੂੰ ਕਹੋ ਭਾਵੇਂ ਤੂੰ ਮਹੀਨੇ ਦਾ 2000 ਕਮਾ, ਭਾਵੇਂ ਤੂੰ 1500 ਰੁਪਇਆ ਕਮਾ ਤੇ ਭਾਵੇਂ 5000 ਰੁਪਇਆ ਕਮਾ, ਤੂੰ ਆਪਦੇ ਕਮਾ ਤੇ ਸਾਡੇ ਉੱਤੇ ਨਿਰਭਰ ਨਾ ਹੋ ਜਾਂ ਘੱਟ ਹੋ। ਆਪਾਂ ਵੈਸੇ ਤਾਂ ਉਹਦੇ ਪਿੱਛੇ ਖੜੇ ਹੀ ਆ, ਜੇ ਉਹਨੂੰ ਕਿਤੇ ਲੋੜ ਪੈ ਗਈ ਔਲਾਦ ਦੇ ਪਿੱਛੇ ਤਾਂ ਖੜੇ ਹੀ ਰਹਿਣਾ। ਮਾਪਿਆਂ ਨੇ ਹਮੇਸ਼ਾ ਉਹਨੂੰ ਸੰਕਟ ਦੇ ਵਿੱਚੋਂ ਕੱਢਣਾ, ਪਰ ਔਲਾਦ ਨੂੰ ਵੀ ਪਤਾ ਹੋਣਾ ਚਾਹੀਦਾ। ਹੁਣ ਅਸੀਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਕਈ ਸੱਜਣਾਂ ਨੂੰ ਮਿਲੇ ਆ, ਉਹਨਾਂ ਦੇ ਆਪਦੇ ਕਾਰੋਬਾਰ ਬਹੁਤ ਵੱਡੇ ਆ, ਪਰ ਉਹ ਕਹਿੰਦੇ ਵੀ ਸਾਨੂੰ ਸਾਡੇ ਸਿਲੇਬਸ ਦੇ ਵਿੱਚ ਸਾਨੂੰ ਉਹਨੂੰ ਇੰਟਰਨਸ਼ਿਪ ਕਹਿੰਦੇ ਆ, ਉਹਦੇ ਵਿੱਚ ਇਹ ਗੱਲ ਸ਼ਾਮਲ ਸੀਗੀ ਵੀ 3 ਮਹੀਨੇ ਤੁਸੀਂ ਕਿਤੇ ਨੌਕਰੀ ਕਰਕੇ ਆਓ, ਤੁਸੀਂ 6 ਮਹੀਨੇ ਨੌਕਰੀ ਕਰਕੇ ਉੱਥੋਂ ਹੁਨਰ ਸਿੱਖ ਕੇ ਆਓ। ਵੀ ਇਹ ਹੁਨਰ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਬਿਲਕੁਲ ਸਹੀ। ਬਹੁਤ ਦੁੱਖ ਹੁੰਦਾ ਉਦੋਂ ਉਹਨਾਂ ਪਰਿਵਾਰਾਂ ਨੂੰ ਵੇਖ ਕੇ ਜਿਹਦੇ ਵਿੱਚ, ਮਾਫ ਕਰਨਾ ਜੇ ਕਿਸੇ ਨੂੰ ਇਹ ਗੱਲ ਕੌੜੀ ਲੱਗੇ ਤਾਂ, ਪਰ ਇਹ ਦੁੱਖ ਵਾਲੀ ਗੱਲ ਹੁੰਦੀ ਹੈ ਕਿ ਜਿਹਦੇ ਵਿੱਚ ਕਮਾਉਣ ਵਾਲਾ ਸਿਰਫ ਇੱਕ ਬਾਪੂ ਹੁੰਦਾ ਤੇ ਉਸ ਤੋਂ ਬਾਅਦ ਗਾਂ ਪੋਤੇ ਵੀ ਖਾਣ ਵਾਲੇ ਤੇ ਗਾਂ ਪੜਪੋਤੇ ਵੀ ਖਾਣ ਵਾਲੇ। ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜਿੰਨੇ ਜੀ ਹੈਗੇ ਆ ਘਰ ਦੇ ਵਿੱਚ ਸਾਰਿਆਂ ਨੂੰ ਮਿਹਨਤ ਰਲ ਕੇ ਕਰਨੀ ਚਾਹੀਦੀ ਹੈ, ਚਾਹੇ ਉਹ ਕੋਈ ਘਰੇਲੂ ਕੰਮਕਾਜ ਹੋਵੇ, ਚਾਹੇ ਉਹ ਕੋਈ ਤੁਹਾਡਾ ਘਰੇਲੂ ਵਪਾਰ ਹੋਵੇ, ਚਾਹੇ ਕੋਈ ਵੀ ਬਿਜ਼ਨਸ ਹੋਵੇ, ਜਾਂ ਤੁਸੀਂ ਨੌਕਰੀ ਪੇਸ਼ਾ ਹੋਵੋ।
ਉਦੋਂ ਤੁਹਾਡੇ ਜਿਹੜੇ ਪੈਸੇ ਉਹ ਮਾਇਨੇ ਨਹੀਂ ਰੱਖਦੇ ਵੀ ਤੁਸੀਂ ਕਿੰਨਾ ਕਮਾਉਂਦੇ ਹੋ, ਪਰ ਤੁਸੀਂ ਕਮਾਉਂਦੇ ਹੋ, ਇਹ ਗੱਲ ਬਹੁਤ ਮਾਇਨੇ ਰੱਖਦੀ ਹੈ। ਬਿਲਕੁਲ ਸਹੀ ਗੱਲ। ਸੋ ਹਰੇਕ ਨੂੰ ਪੈਰਾਂ ਉੱਪਰ ਜ਼ਰੂਰ ਖੜਨਾ ਚਾਹੀਦਾ, ਵਕਤ ਦਾ ਪਤਾ ਨਹੀਂ ਹੁੰਦਾ ਵੀ ਕਦੋਂ ਕਿਹੜੇ ਰੁੱਖ ਉਹ ਬਦਲ ਲਵੇ, ਸੋ ਹਮੇਸ਼ਾ ਉਹਦੇ ਲਈ ਤਿਆਰ ਬਰ ਤਿਆਰ। ਇੱਕ ਮੈਨੂੰ ਚੱਜ ਦਾ ਵਿਚਾਰ ਹੋਰ ਸੁਝਿਆ ਆ ਹੁਣ ਜੀ, ਭਾਵੇਂ ਤੁਸੀਂ ਪਹਿਲਾਂ ਸੁਣਿਆ ਹੀ ਹੋਵੇ, ਪਰ ਮੇਰਾ ਚਿੱਤ ਕਰਦਾ ਮੈਂ ਉਹ ਵੀ ਸੁਣਾ ਦਿਆਂ। ਸੁਣਾ ਦਿਓ। ਮਸਕੀਨ ਸਾਹਿਬ ਦੀਆਂ ਇਹ ਸਤਰਾਂ, ਉਹਨਾਂ ਨੇ ਇਹ ਗੱਲ ਕਹੀ ਆ। ਉਹ ਕਹਿੰਦੇ ਵੀ ਜੇਕਰ ਨੇਕ ਕੰਮ ਕਰਦਿਆਂ ਵੀ ਤੁਹਾਡੇ ਉੱਤੇ ਕੋਈ ਸ਼ੱਕ ਕਰੇ ਤਾਂ ਇਹਦਾ ਦੁੱਖ ਨਾ ਮਨਾਓ, ਕਿਉਂਕਿ ਜਿਹੜਾ ਸ਼ੱਕ ਹੈ ਨਾ ਇਹ ਸੋਨੇ ਦੀ ਸ਼ੁੱਧਤਾ ਦੇ ਉੱਤੇ ਹੁੰਦਾ, ਵਾਹ, ਕੋਲੇ ਦੀ ਕਾਲਖ ਦੇ ਉੱਤੇ ਨਹੀਂ ਹੁੰਦਾ। ਕੀ ਬਾਤ ਹੈ ਟਾਣਾ ਸਾਹਿਬ, ਵਾਹ, ਵਾਕਈ ਇਹ ਗੱਲਾਂ ਜਿਹੜੀਆਂ ਇਹ ਬਹੁਤ ਕੁਝ ਸਿਖਾਉਂਦੀਆਂ ਨੇ ਜ਼ਿੰਦਗੀ ਦੇ ਵਿੱਚ, ਪਰ ਜੇ ਇਨਸਾਨ ਅਮਲ ਕਰੇ ਤਾਂ। ਬਿਲਕੁਲ, ਜੇ ਤੁਹਾਡੇ ਤੇ ਕੋਈ ਸ਼ੱਕ ਕਰਦਾ ਕਰੀ ਜਾਣ ਦਿਓ, ਉਹਨੂੰ ਮਾੜਾ ਕਹਿੰਦਾ ਕਈ ਜਾਣ ਦਿਓ। ਮੈਨੂੰ ਬੜੇ ਕਹਿੰਦੇ ਆ ਬੰਦਾ ਆਪਣੇ ਆਪ ਚ ਆਪਾਂ ਭੋਰਾ ਨਹੀਂ ਪਰਵਾਹ ਕਰੀਦੀ, ਸ਼ੱਕ ਕਰੋ। ਮੈਂ ਤਾਂ ਕਹਿੰਦਾ ਸ਼ੱਕ ਕਰੋ, ਕੁਛ ਨਹੀਂ ਹੁੰਦਾ ਗਾ, ਕਿਉਂਕਿ ਦੇਖੋ ਤੁਹਾਡੇ ਲਈ ਕੋਈ ਆਪਣੀ ਊਰਜਾ ਵਿਅਰਥ ਕਰਦਾ। ਤੁਹਾਨੂੰ ਜੇਕਰ ਕਿਸੇ ਨੇ ਉਸਾਰੂ ਰਾਏ ਦੇਣੀ ਹੈ ਤਾਂ ਉਹਨੂੰ ਕਬੂਲ ਕਰੋ, ਤੁਸੀਂ ਉਹਦੇ ਧੰਨਵਾਦੀ ਹੋਵੋ। ਪਰ ਜੇਕਰ ਕੋਈ ਪਿੱਠ ਪਿੱਛੇ ਕਵੇ ਇਹ ਤਾਂ ਬੰਦਾ ਇਉਂ ਹੈ, ਫਲਾਣਾ ਬੰਦਾ ਇਉਂ ਹੈ, ਇਹਦਾ ਤਾਂ ਕੰਮ ਇਉਂ ਹੈ, ਇਹ ਤਾਂ ਇਉਂ ਹੈ, ਉਹਨੂੰ ਕਹੇ ਹਾਂ ਮੈਂ ਤਾਂ ਇਉਂ ਹਾਂ। ਬੰਦਾ ਆਪਣੀਆਂ ਨਜ਼ਰਾਂ ਵਿੱਚ ਨਹੀਂ ਡਿੱਗਣਾ ਚਾਹੀਦਾ, ਬੰਦਾ ਆਪਣੇ ਆਪ ਤੋਂ ਕਦੇ ਝੂਠ ਨਾ ਬੋਲੇ। ਲੋਕਾਂ ਦਾ ਕੀ ਹੈ, ਲੋਕਾਂ ਦਾ ਤਾਂ ਕੰਮ ਹੈ ਸ਼ੱਕ ਕਰਨਾ, ਛੱਡ ਲੋਕਾਂ ਦੀ ਕੀ, ਲੋਕ ਦਾ ਤਮਾਸ਼ਾ ਵੇਖਦੇ, ਲਾ ਕੇ ਹੋਰਾਂ ਘਰੀ ਅੱਗ ਰਹਿੰਦੇ ਆਪ ਸੇਕਦੇ। ਵਾਹ ਕੀ ਬਾਤ ਹੈ। ਇਹ ਗਾਣਾ ਸੀ ਕਿ ਆਪ ਸ਼ੇਰ ਲਿਖਿਆ? ਗਾਣਾ ਸੀ ਟਾਣਾ ਸਾਹਿਬ। ਅੱਛਾ ਠੀਕ ਹੈ। ਚਲੋ ਕੋਈ ਗੱਲ ਨਹੀਂ, ਹੁਣ ਆਪਾਂ ਖਬਰਾਂ ਵੱਲ ਨੂੰ ਵਧੀਏ। ਬਹੁਤ ਕੁਝ ਵਾਪਰ ਗਿਆ ਭਾਈ ਦੁਨੀਆ ਦੇ ਵਿੱਚ। ਅੱਛਾ, ਬਹੁਤ ਕੁਝ ਹੋ ਗਿਆ, ਕਮਾਲ ਹੋ ਗਈ। ਅੱਧੀਆਂ ਚੀਜ਼ਾਂ ਤਾਂ ਸ਼ਾਇਦ ਮੈਂ ਜਦੋਂ ਤੁਹਾਨੂੰ ਯਾਦ ਕਰਵਾਉਂਗੀ ਨਾ ਟਾਣਾ ਸਾਹਿਬ, ਇਦਾਂ ਵੀ ਹੋਇਆ, ਇਦਾਂ ਵੀ ਹੋਇਆ, ਤੁਸੀਂ ਕਹੋਗੇ ਹਾਂ ਇਦਾਂ ਵੀ ਹੋਇਆ ਸੀ। ਉਹ ਹਾਂ ਇਦਾਂ ਹੋਇਆ ਸੀ, ਹਾਲੇ ਤਾਂ ਮੈਂ ਕੁਝ ਦੱਸਿਆ ਹੀ ਨਹੀਂ। ਮੈਂ ਪਹਿਲਾਂ ਹੀ ਕਹਿਤਾ, ਤੁਹਾਡੇ ਤੇ ਯਕੀਨ ਹੈ ਮੈਨੂੰ। ਵਾਹ, ਸ਼ੁਕਰੀਆ ਯਕੀਨ ਕਰਨ ਦੇ ਲਈ। ਪਰ ਤੁਹਾਨੂੰ ਪਤਾ ਹੈ ਤਾਲਾਬੰਦੀ ਦੇ ਦੌਰਾਨ ਹੈ ਨਾ, ਲੋਕ ਘਰਾਂ ਦੇ ਵਿੱਚ ਬੰਦ ਰਹੇ ਨੇ। ਆਪਾਂ ਸਮੇਂ-ਸਮੇਂ ਤੇ ਇਹ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਰਹੇ ਆ ਵੀ ਮੌਸਮ ਦੇ ਵਿੱਚ, ਕਹਿ ਲੋ ਵਾਤਾਵਰਣ ਦੇ ਵਿੱਚ, ਸਾਡੇ ਬਾਹਰ ਜਿਹੜਾ ਜੋ ਮਾਹੌਲ ਹੈ ਉਹਦੇ ਵਿੱਚ ਕਿੰਨਾ ਜ਼ਿਆਦਾ ਅੰਤਰ ਆ ਗਿਆ ਹੈ ਨਾ, ਤਬਦੀਲੀ ਬਹੁਤ ਆਈ। ਉਹ ਤਬਦੀਲੀ ਮੈਂ ਚਾਹੁੰਦੀ ਹਾਂ ਵੀ ਅੱਜ ਇਕੱਠੀ ਸਾਂਝੀ ਕਰ ਲਈਏ ਵੀ ਕੀ ਹੋਇਆ ਇਸ ਤਾਲਾਬੰਦੀ ਦੇ ਦੌਰਾਨ। ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਮੁੰਬਈ ਤੋਂ ਸ਼ੁਰੂ ਕਰਦੇ ਹਾਂ। ਨਹੀਂ, ਪਹਿਲਾਂ ਜਲੰਧਰੋਂ ਸ਼ੁਰੂ ਕਰਦੇ ਹਾਂ, ਜਿੱਥੇ ਆਪਣਾ ਸਟੂਡੀਓ ਆ ਜੀ। ਬਈ ਜਲੰਧਰ ਤੋਂ ਧੌਲਾ ਧਾਰ ਦੀਆਂ ਪਹਾੜੀਆਂ ਦਿਸਣ ਲੱਗ ਪਈਆਂ। ਇਹ ਵੀ ਤਾਲਾਬੰਦੀ ਦੇ ਵਿੱਚ ਖਬਰ ਆਈ ਵੀ ਵਾਤਾਵਰਣ ਇੰਨਾ ਸਾਫ਼ ਹੋ ਗਿਆ, ਪ੍ਰਦੂਸ਼ਣ ਇੰਨਾ ਘਟ ਗਿਆ ਵੀ ਪਹਾੜੀਆਂ ਜਿਹੜੀਆਂ ਜਲੰਧਰ ਦੇ ਵਿੱਚੋਂ ਇੱਕ ਘਰ ਦੇ ਉੱਤੋਂ ਖੜ ਕੇ ਤੇ ਬਿਲਕੁਲ ਸ਼ੁੱਧ ਦਿਸਦੀਆਂ ਸੀ, ਸਾਫ਼ ਦਿਸਦੀਆਂ ਸੀ। ਬਿਲਕੁਲ ਸਹੀ। ਉਸ ਤੋਂ ਬਾਅਦ ਜੇ ਮੈਂ ਅੱਗੇ ਗੱਲ ਕਰਾਂ ਤਾਂ ਤੁਸੀਂ ਵੇਖੋ ਧੂੜ, ਧੂਆਂ, ਗੰਦਗੀ, ਨਾਮੋ ਨਿਸ਼ਾਨ ਹੀ ਮਿਟ ਗਿਆ ਸੀ ਇਹਨਾਂ ਚੀਜ਼ਾਂ ਦਾ। ਤਾਂ ਫਿਰ ਅੱਗੇ ਜੇ ਵਧੀਏ ਤਾਂ ਸੀਤਾਮੜੀ ਜਗ੍ਹਾ ਹੈ ਬਿਹਾਰ ਤੋਂ, ਉੱਥੋਂ ਕਹਿੰਦੇ ਕਿ ਐਵਰੈਸਟ ਜਿਹੜਾ ਉਹ ਕੋਲ ਨਜ਼ਰ ਆਉਣ ਲੱਗ ਗਿਆ ਸੀ। ਅੱਛਾ, ਵਾਹ ਜੀ, ਮਾਊਂਟ ਐਵਰੈਸਟ ਹੈ ਨਾ। ਉਸ ਤੋਂ ਬਾਅਦ ਸਹਾਰਨਪੁਰ ਯੂਪੀ ਦੀ ਜੇ ਗੱਲ ਕਰੀਏ ਤਾਂ ਉੱਥੋਂ ਗੰਗੋਤਰੀ ਦੀਆਂ ਜਿਹੜੀਆਂ ਚੋਟੀਆਂ ਨੇ ਉਹ ਬਹੁਤ ਨੇੜੇ ਨਜ਼ਰ ਆਉਣ ਲੱਗ ਗਈਆਂ ਸੀ। 200 ਕਿਲੋਮੀਟਰ ਦੂਰ ਆ ਵੈਸੇ ਉੱਥੋਂ, ਪਰ ਦੇਖਣ ਨੂੰ ਐ ਨੇੜੇ ਲੱਗਦੀਆਂ ਸੀ। ਤੇ ਜੇ ਨਵੀਂ ਮੁੰਬਈ ਦੀ ਗੱਲ ਕਰੀਏ ਤਾਂ ਉੱਥੇ ਫਲੈਮਿੰਗੋਸ, ਉਹ ਕੀ ਹੁੰਦਾ, ਜਿਹੜੇ ਪਿੰਕ ਰੰਗ ਦੇ ਹੁੰਦੇ ਨੇ, ਇਹ ਗੁਲਾਬੀ ਰੰਗ ਦੇ ਹੁੰਦੇ ਨੇ, ਇਹ ਪੰਛੀ ਹੁੰਦੇ ਨੇ, ਕਹ ਲੋ ਫਲੈਮਿੰਗੋਸ। ਇਹ ਕਹ ਲੋ ਵੀ ਲੰਬੀਆਂ ਲੰਬੀਆਂ ਲੱਤਾਂ ਤੇ ਚੁੰਝ ਐ ਮੁੜੀ ਹੋਈ ਹੈ। ਨਹੀਂ ਹੋ ਸਕਦਾ ਮੈਂ ਦੇਖੇ ਹੁਣ, ਮੈਨੂੰ ਪਤਾ ਨਾ ਹੋਵੇ। ਇਹਨੂੰ ਫਲੈਮਿੰਗੋ ਸਾਹਿਬ ਕਹਿੰਦੇ ਆ। ਫਲੈਮਿੰਗੋ ਜੀ, ਫਲੈਮਿੰਗੋ। ਸੋ ਉਸ ਤੋਂ ਬਾਅਦ ਜੇ ਹਰਿਦੁਆਰ ਗੰਗਾ ਦੀ ਮੈਂ ਗੱਲ ਕਰਾਂ ਤਾਂ ਉਹਦਾ ਪਾਣੀ ਕਹਿੰਦੇ ਬਿਲਕੁਲ ਸ਼ੁੱਧ ਹੋ ਗਿਆ ਸੀ, ਐ ਕਲਕਲ ਕਰਦਾ ਸਾਫ਼ ਸੁਥਰਾ ਪਾਣੀ। ਫਿਰ ਦਿੱਲੀ ਦੇ ਲੋਕਾਂ ਨੂੰ ਨੀਲਾ ਅਸਮਾਨ ਜਿਹੜਾ ਦਿਖਾਈ ਦਿੱਤਾ, ਪਹਿਲੀ ਵਾਰ ਕਹਿੰਦੇ ਉਹਨਾਂ ਨੇ ਇੰਨਾ ਨੀਲਾ ਅਸਮਾਨ ਦੇਖਿਆ। ਫਿਰ ਮੁੰਬਈ ਦੀ ਮਰੀਨ ਡਰਾਈਵ ਜਿਹੜੀ ਹੈ ਉਹ ਬਿਲਕੁਲ ਸਾਫ਼ ਪਾਣੀ ਉੱਥੇ ਹੋ ਗਿਆ, ਸਾਫ਼ ਸੁਥਰੀ ਹੋ ਗਈ। ਉਹ ਲੱਗਦਾ ਸੀ ਜਿਵੇਂ ਬਾਹਰਲੀ ਕੋਈ ਜਗ੍ਹਾ ਹੋਵੇ, ਜਿਵੇਂ ਕੋਈ ਵਿਦੇਸ਼ੀ ਧਰਤੀ ਹੋਵੇ। ਉਸ ਤੋਂ ਅੱਗੇ ਜੇ ਉੱਥੇ ਕਹਿੰਦੇ ਸੁਨਹਿਰੀ ਰੇਤ ਜਿਹੜੀ ਹੈ, ਸਾਫ਼ ਪਾਣੀ, ਵੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਉੱਥੋਂ ਦੇ ਲੋਕਾਂ ਨੂੰ। ਫਿਰ ਅੱਗੇ ਜੇ ਗੱਲ ਕਰੀਏ ਤਾਂ ਮੋਰ ਪਹਿਲਾਂ ਪਾਉਂਦੇ ਹੋਏ ਨਜ਼ਰ ਆਏ ਵੱਖ-ਵੱਖ ਥਾਵਾਂ ਤੇ ਜੀ। ਤੇ ਗੰਗਾ ਦੀ ਜਿਹੜੀ ਡਾਲਫਿਨ ਆ ਉਹ ਮਿਰਟ ਵੀ ਗੇੜਾ ਲਾਏ। ਦੇਖੋ ਕਮਾਲ ਹੋ ਗਈ ਆ ਹਰਮਨ ਜੀ, ਵੀ ਜਿਹੜੀਆਂ ਤੁਸੀਂ ਇਹ ਗੱਲਾਂ ਦੱਸੀਆਂ ਨਾ ਜੀ, ਵੀ ਇਉਂ ਲੱਗਦਾ ਵੀ ਇਵੇਂ ਹੀ ਰਵੇ ਵਾਤਾਵਰਨ ਜੀ, ਇਵੇਂ ਗੰਦਗੀ ਮੁਕਤ ਰਹੀਏ ਅਸੀਂ, ਇਵੇਂ ਪ੍ਰਦੂਸ਼ਣ ਮੁਕਤ ਰਹੀਏ ਅਸੀਂ। ਪਰ ਇੱਕ ਹੋਰ ਗੱਲ ਦੱਸਦਾ, ਆ 64-65 ਦੇ ਲੋਕਡਾਊਨ ਤੋਂ ਬਾਅਦ ਸਥਿਤੀ ਫੇਰ ਪਹਿਲਾਂ ਵਰਗੀ ਬਣੀ ਜਾਂਦੀ ਆ। ਗੰਦ ਆਪਾਂ ਫੇਰ ਪਾਉਣਾ ਸ਼ੁਰੂ ਕਰਤਾ, ਪ੍ਰਦੂਸ਼ਣ ਫੇਰ ਵਧਣਾ ਸ਼ੁਰੂ ਹੋ ਗਿਆ, ਆਲੇ ਦੁਆਲੇ ਕੂੜੇ ਦੇ ਢੇਰ ਫੇਰ ਲੱਗਣੇ ਸ਼ੁਰੂ ਹੋ ਗਏ ਆ। ਯਾਨੀ ਕਿ ਕੁਦਰਤ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਮਨੁੱਖ ਦੀ ਦਖਲ ਅੰਦਾਜ਼ੀ ਉਹਦੇ ਵਿੱਚ ਵਿਗਾੜ ਪੈਦਾ ਕਰਦੀ ਹੈ। ਇਸ ਕਰਕੇ ਮਨੁੱਖ ਨੂੰ ਚਾਹੀਦਾ ਕਿ ਉਹ ਆਪਦੇ ਫਰਜ਼ਾਂ ਨੂੰ ਸਹੀ ਤਰੀਕੇ ਨਾਲ ਨਿਭਾਵੇ। ਔਰ ਮਨੁੱਖ ਇਹ ਵੀ ਸੋਚ ਲਵੇ ਵੀ ਜੇ ਕੁਦਰਤ ਹੁਣ ਆਪਣੇ ਆਪ ਨੂੰ ਇਸ ਤਰੀਕੇ ਨਾਲ ਠੀਕ ਕਰ ਸਕਦੀ ਹੈ ਤਾਂ ਅੱਗੇ ਜੇਕਰ ਉਹਨੂੰ ਹੋਰ ਗੁੱਸਾ ਆਇਆ ਤਾਂ ਉਹ ਕੀ ਕੁਝ ਕਰ ਸਕਦੀ ਹੈ। ਅਸੀਂ ਥੋੜਾ ਜਿਹਾ ਸਮਝੀਏ ਤੇ ਵਿਚਾਰੀਏ ਤਾਂ ਹੀ ਚੰਗਾ ਹੋਏਗਾ। ਹਰਮਨ ਜੀ, ਭਾਈ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ, ਹਾਂਜੀ, ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਆ। ਤੇ ਇਹ ਜਿਹੜੀ ਚਿੱਠੀ ਆ ਮੁੱਖ ਮੰਤਰੀ ਹੋਰਾਂ ਨੇ ਪੜ੍ਹ ਕੇ ਤੇ ਇਹ ਅੱਗੇ ਭੇਜ ਦਿੱਤੀ ਆ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਹੋਰਾਂ ਨੂੰ। ਅੱਛਾ ਜੀ। ਤੇ ਚਿੱਠੀ ਦੇ ਵਿੱਚ ਇਹ ਗੱਲ ਕਹੀ ਆ ਵੀ ਜੋ ਇਸ ਵਕਤ ਪੁਲਿਸ ਕਰਮਚਾਰੀ ਆ, ਜੋ ਪੁਲਿਸ ਦੇ ਮੁਲਾਜ਼ਮ ਆ ਜੀ, ਉਹਨਾਂ ਦੇ ਜਿਹੜੇ ਝਾਲਰ ਵਾਲੀ ਪੱਗ ਆ,
ਕਿਉਂਕਿ ਇਹ ਹਰ ਰੋਜ਼ ਨਹੀਂ ਬੰਨੀ ਜਾਂਦੀ, ਇਹ ਟੋਪੀ ਨੂੰਮਾ ਪੱਗ ਹੈਗੀ ਆ, ਹਾਂਜੀ ਇਹ ਬਦਲ ਦਿੱਤੀ ਜਾਵੇ, ਕਿਉਂਕਿ ਇਹਦੇ ਨਾਲ ਸਾਨੂੰ ਅੰਗਰੇਜ਼ਾਂ ਦੀ ਗੁਲਾਮੀ ਦਾ ਅਹਿਸਾਸ ਹੁੰਦਾ। ਕਿਉਂਕਿ ਇਹ ਅੰਗਰੇਜ਼ਾਂ ਦੇ ਵੇਲੇ ਤੋਂ ਡਰੈਸ ਕੋਡ ਸੀ ਸਾਡਾ, ਉਦੋਂ ਤੋਂ ਡਰੈਸ ਆ ਜਿਹੜੀ ਇਹ ਦਿੱਤੀ ਗਈ ਸੀਗੀ। ਸੋ ਹੁਣ ਸਮਾਂ ਬਹੁਤ ਬਦਲ ਗਿਆ ਲੌਂਗੋਵਾਲ ਸਾਹਿਬ ਦੇ ਕਹਿਣ ਦੇ ਮੁਤਾਬਕ, ਤੇ ਇਸ ਪੱਗ ਨੂੰ, ਇਸ ਦਸਤਾਰ ਨੂੰ ਬਦਲ ਦੇਣਾ ਚਾਹੀਦਾ। ਜਿਵੇਂ ਕਿ ਚੰਡੀਗੜ੍ਹ ਦੀ ਪੁਲਿਸ ਆ ਜਿਹੜੀ ਦਸਤਾਰ ਹਰ ਰੋਜ਼ ਸਜਾਉਂਦੀ ਆ, ਉੱਥੇ ਝਾਲਰ ਵਾਲੀ ਗੱਲ ਹੈ ਨਹੀਂਗੀ। ਸੋ ਇਸ ਤਰੀਕੇ ਨਾਲ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ, ਕਿਉਂਕਿ ਅਸੀਂ ਹੁਣ ਆਜ਼ਾਦ ਆ, ਅਸੀਂ ਗੁਲਾਮ ਨਹੀਂ, ਤੇ ਸਾਨੂੰ ਗੁਲਾਮੀ ਦਾ ਅਹਿਸਾਸ ਨਾ ਕਰਾਇਆ ਜਾਵੇ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ ਤੁਹਾਡੀ, ਪਰ ਇੱਥੇ ਨਾ ਕੁਝ ਇੱਕ ਗੱਲਾਂ ਮੈਨੂੰ ਲੱਗਦਾ ਵਿਚਾਰਨ ਵਾਲੀਆਂ। ਪੱਗ ਦਾ ਬਹੁਤ ਸਤਿਕਾਰ ਹੈ ਸਾਡੇ ਮਨਾਂ ਦੇ ਵਿੱਚ, ਪੱਗ ਦੀ ਥਾਂ ਬਹੁਤ ਉੱਚੀ ਹੈ, ਪਰ ਜੇਕਰ ਮੈਂ ਗੱਲ ਕਰਾਂ ਤਾਂ ਜਿੰਨੇ ਕੁ ਪੁਲਿਸ ਮਹਿਕਮੇ ਦੇ ਉੱਪਰ ਹੁਣ ਤਾਈਂ ਦੋਸ਼ ਲੱਗਦੇ ਰਹੇ ਨੇ, ਹਨਾ, ਇੱਕ ਬੰਨੇ ਉਹ ਦੋਸ਼ਾਂ ਦੀ ਗੱਲ ਕਰੀਏ ਤੇ ਦੂਜੇ ਬੰਨੇ ਆਪਾਂ ਪੱਗ ਦੀ ਗੱਲ ਕਰੀਏ, ਤਾਂ ਮੈਨੂੰ ਲੱਗਦਾ ਵੀ ਥੋੜਾ ਜਿਹਾ ਸਤਿਕਾਰ ਉਹਦਾ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆਪਾਂ ਨੂੰ, ਪੁਲਿਸ ਨੂੰ ਵੀ ਜੀ, ਤੇ ਪੁਲਿਸ ਨੂੰ ਵੀ ਰੱਖਣਾ ਚਾਹੀਦਾ। ਹੁਣ ਜੇਕਰ ਕੋਈ ਦਸਤਾਰਧਾਰੀ ਪੁਲਿਸ ਵਾਲਾ ਜਿਹੜਾ ਹੈ ਉਹ ਗਲਤ ਕੰਮ ਕਰਦਾ ਫੜਿਆ ਜਾਊਗਾ, ਜੇਕਰ ਉਹ ਕਿਸੇ ਤੋਂ ਰਿਸ਼ਵਤ ਲੈਂਦਾ ਫੜਿਆ ਜਾਊਗਾ, ਜੇਕਰ ਉਹ ਫਿਰ ਤੋਂ ਦਾਰੂ ਪੀ ਕੇ ਡਿੱਗਿਆ ਹੋਊਗਾ, ਜੀ, ਤੇ ਫਿਰ ਇਹਦੇ ਨਾਲ ਨਾਲ ਪੱਗ ਦੀ ਵੀ ਉਹ ਬੇਅਦਬੀ ਹੈ। ਬਿਲਕੁਲ, ਜੇਕਰ ਦਸਤਾਰ ਸਜਾ ਕੇ ਔਰਤਾਂ ਦੇ ਪ੍ਰਤੀ ਕੋਈ ਗਲਤ ਧਾਰਨਾ ਰੱਖੂਗਾ, ਜੇਕਰ ਲੋਕਾਂ ਨੂੰ ਗਾਲਾਂ ਕੱਢੂਗਾ ਨਾਕੇ ਦੇ ਉੱਤੇ ਖੜ ਕੇ, ਤਾਂ ਇਹਦੇ ਨਾਲ ਵੀ ਪੱਗ ਦੇ ਸਤਿਕਾਰ ਦੇ ਵਿੱਚ ਵਾਧਾ ਨਹੀਂ ਹੁੰਦਾ। ਬਿਲਕੁਲ ਸਹੀ, ਇਹ ਵੀ ਬੇਅਦਬੀ ਹੈ। ਤੇ ਦੂਸਰੇ ਤੁਹਾਡੇ ਕੀ ਵਿਚਾਰ ਨੇ ਵੈਸੇ ਇਸ ਦੇਖੋ ਹਰਮਨ ਜੀ, ਮੈਂ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਆ, ਕਿਸੇ ਨੂੰ ਹੋ ਸਕਦਾ ਕੌੜੀ ਲੱਗੇ ਵੀ ਬਿਲਕੁਲ ਮੈਂ ਮੰਨਦਾ ਜੀ ਕਿ ਚਲੋ ਇਹ ਗੁਲਾਮੀ ਦਾ ਅਹਿਸਾਸ ਕਰਵਾਉਂਦੀ ਆ, ਅਸੀਂ ਆਜ਼ਾਦ ਆ। ਜੇਕਰ ਅਸੀਂ ਆਜ਼ਾਦ ਹਾਂ ਤਾਂ ਸਾਨੂੰ ਇਹ ਗੱਲਾਂ ਕਹਿਣ ਦਾ ਹੱਕ ਹੈਗਾ, ਤੇ ਆਉਂਦੇ ਸਮੇਂ 'ਚ ਹੋ ਸਕਦਾ ਪੰਜਾਬ ਦੇ ਪੁਲਿਸ ਮੁਖੀ ਸਾਹਿਬ ਇਸ ਮੁਤਲਕ ਕੋਈ ਫੈਸਲਾ ਵੀ ਲੈ ਲੈਣ। ਪਰ ਇਹ ਵੇਲਾ ਉਹ ਆ ਇਸ ਵਕਤ ਸਾਡੇ ਭਾਰਤ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ, ਜਦੋਂ ਅਸੀਂ ਉਹਨਾਂ ਹੀ ਗੋਰਿਆਂ ਦੇ ਦੇਸ਼ਾਂ ਦੇ ਵਿੱਚ 25-25 ਲੱਖ ਰੁਪਈਆ ਏਜੰਟਾਂ ਨੂੰ ਦੇ ਕੇ ਜਾਣ ਵਾਸਤੇ ਲੇਲੜੀਆਂ ਕੱਢ ਰਹੇ ਆ। ਇਹ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ, ਇਹ ਭਾਵੇਂ ਸੱਤਾਧਾਰੀ ਧਿਰ ਹੋਵੇ ਭਾਵੇਂ ਵਿਰੋਧੀ ਧਿਰਾਂ ਹੋਣ, ਉਹਨਾਂ ਨੇ ਹਾਲਾਤ ਬਣਾਤੇ ਪੰਜਾਬ ਦੇ ਵਿੱਚ ਕਿ ਬੰਦਾ ਪੰਜਾਬ ਨੂੰ ਛੱਡ ਕੇ ਬਾਹਰ ਜਾਣਾ ਮਜਬੂਰੀ ਦੇ ਵਿੱਚ ਹਰ ਕੋਈ ਲੋਚਦਾ। ਬਿਲਕੁਲ ਸਹੀ। ਮੈਨੂੰ ਤਾਂ ਇਸ ਗੱਲ ਦੇ ਉੱਤੇ ਹਰਬਨ ਜੀ ਦੁੱਖ ਹੁੰਦਾ ਕਦੇ ਕਦੇ ਵੀ ਜਿਵੇਂ ਪਿੰਡਾਂ ਦੇ ਪਿੰਡ ਵਿਹਲੇ ਹੋਈ ਜਾਂਦੇ ਆ, ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਰਹੂਗਾ ਕੌਣ? ਇਸ ਵਕਤ ਆਪਾਂ ਜਾਣਦੇ ਵੀ ਆਈਲੈਟਸ ਕੇਂਦਰ ਕਿੰਨੇ ਆ, ਆਪਾਂ ਜਾਣਦੇ ਆ ਵੀ ਲੋਕ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦੇ ਦਫ਼ਤਰਾਂ ਦੇ ਵੱਲ ਵੱਧਦੇ ਆ। ਲੋਕਾਂ ਦੀ ਇੱਛਾ ਇਹ ਆ ਵੀ ਭਾਵੇਂ ਸਾਡਾ ਕੁਝ ਵੀ ਵਿਕ ਜੇ, ਸਾਡੇ ਨਿਆਣਿਆਂ ਦਾ ਭਵਿੱਖ ਸੁਨਹਿਰੀ ਹੋ ਜੇ। ਸੋ ਜੇਕਰ ਅਸੀਂ ਇਹ ਗੱਲ ਕਹਿੰਦੇ ਆ ਵੀ ਭਾਈ ਸਾਨੂੰ ਗੋਰਿਆਂ ਦਾ ਅਹਿਸਾਸ ਕਰਵਾਉਂਦੀ ਆ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੀ ਆ, ਆਪਾਂ ਪੰਜਾਬ ਨੂੰ ਉਸ ਤਰੀਕੇ ਦਾ ਬਣਾਈਏ ਜਿਸ ਤਰੀਕੇ ਦਾ ਅਸੀਂ ਸੋਚਦੇ ਸੀ, ਲੋਚਦੇ ਸੀ। ਜਿਵੇਂ ਕਿ ਭਗਤ ਸਿੰਘ ਹੋਰਾਂ ਨੇ ਲੋਚਿਆ ਸੀ, ਜਿਵੇਂ ਕਰਤਾਰ ਸਿੰਘ ਸਰਾਭਾ ਨੇ ਲੋਚਿਆ ਸੀ, ਜਿਵੇਂ ਰਾਜਗੁਰੂ ਸੁਖਦੇਵ ਹੋਰਾਂ ਨੇ ਲੋਚਿਆ ਸੀ, ਅਸੀਂ ਉਹੋ ਜਿਹੇ ਪੰਜਾਬ ਦੀ ਕਾਮਨਾ ਵੀ ਕਰਗੇ ਤੇ ਉਹਦਾ ਬਣਾਉਣ ਦੇ ਲਈ, ਉਹੋ ਜਿਹਾ ਬਣਾਉਣ ਦੇ ਲਈ ਯਤਨ ਵੀ ਕਰਗੇ। ਕੱਲੀ ਅਸੀਂ ਇਹ ਗੱਲ ਕਹਿ ਦਈਏ ਜੀ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਏਦਾਂ ਹੁੰਦਾ, ਤੇ ਫਿਰ ਅਸੀਂ ਗੁਲਾਮੀ ਕੱਟਣ ਵਾਸਤੇ ਉੱਥੇ ਕਿਉਂ ਜਾ ਰਹੇ ਹਾਂ? ਉੱਥੇ ਵੀ ਸਾਨੂੰ ਕਈ ਵਾਰ ਕਈ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਸੋ ਜਿਹੜੇ ਦੇਸ਼ ਦੇ ਵਿੱਚੋਂ ਅਸੀਂ ਗੋਰੇ ਕੱਢੇ ਆ, ਉਹਨਾਂ ਗੋਰਿਆਂ ਦੇ ਕੋਲੇ ਅਸੀਂ ਜਾ ਕੇ ਫਿਰ ਗੁਲਾਮੀ ਕਰਨ ਦੇ ਲਈ ਮਜਬੂਰ ਆ। ਇਹਦੇ ਵੱਲ ਧਿਆਨ ਵੀ ਦੇਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ ਤੁਹਾਡੀ, ਤੇ ਬਾਕੀ ਵੇਖਦੇ ਹਾਂ ਸਮਾਂ ਦੱਸੇਗਾ ਕਿ ਇਸ ਬਾਬਤ ਹੋਰ ਕੀ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਾਂ ਕੀ ਫੈਸਲਾ ਲਿਆ ਜਾਂਦਾ ਹੈ। ਤੇ ਹੁਣ ਆਪਾਂ ਅਗਲੀ ਖਬਰ ਵੱਲ ਨੂੰ ਵਧੀਏ। ਅਗਲੀ ਖਬਰ ਟਾਣਾ ਸਾਹਿਬ ਕਮਾਲ ਦੀ ਖਬਰ ਹੈ, ਕਿਉਂਕਿ ਜਦੋਂ ਤੱਕ ਕਿਸੇ ਵੱਡੇ ਬੰਦੇ ਨਾਲ ਕੁਝ ਵਾਪਰਦਾ ਹੈ ਉਦੋਂ ਤਾਂ ਪਤਾ ਨਹੀਂ ਸਾਡਾ ਪੁਲਿਸ ਤੰਤਰ ਵੀ ਫੱਟ ਜਿਹੜੀ ਛਾਨਬੀਨ ਕਰ ਲੈਂਦਾ, ਫੱਟ ਬੰਦੇ ਵੀ ਫੜੇ ਜਾਂਦੇ ਨੇ। ਜਦੋਂ ਆਮ ਬੰਦੇ ਨਾਲ ਕੁਝ ਵਾਪਰਦਾ ਹੈ ਤਾਂ ਬਹੁਤੀ ਵਾਰ ਪਤਾ ਹੀ ਨਹੀਂ ਲੱਗਦਾ ਵੀ ਕੌਣ ਕਰ ਗਿਆ ਤੇ ਕਿਵੇਂ ਕਰ ਗਿਆ। ਇਹ ਕਿਹਾ ਜਾਂਦਾ ਵੀ ਤਫਤੀਸ਼ ਜਾਰੀ ਹੈ। ਹੋਇਆ ਇਹ ਹੈ ਕਿ ਜੇ ਮੈਂ ਗੱਲ ਕਰਾਂ ਐਮਐਲਏ ਚੰਦਰਭਾਨ ਸਿੰਘ, ਇਹ ਚਿਤੌੜਗੜ੍ਹ ਤੋਂ ਐਮਐਲਏ ਨੇ, ਉੱਥੇ ਨਾ ਕਹਿੰਦੇ ਵੀ ਇਹਨਾਂ ਨੂੰ ਨਾ ਇੱਕ ਫੋਨ ਆਇਆ। ਫੋਨ ਆਇਆ ਐਸਪੀ ਦੀਪਕ ਭਾਰਗਵ ਦੇ ਨਾਮ ਤੋਂ। ਕਹਿਣ ਦਾ ਭਾਵ ਇਹ ਆ ਵੀ ਬਿਲਕੁਲ ਉਵੇਂ ਹੋਇਆ ਵੀ ਅੱਜ ਸੱਜਣਾ ਨੇ ਕੀਤੀ ਹੈ ਸਾਨੂੰ ਕਾਲ ਜਲੰਧਰ ਤੋਂ ਜੀ, ਮੁੱਦਤ ਪੁੱਛਿਆ ਉਹਨਾਂ ਨੇ ਹਾਲ ਜਲੰਧਰ ਤੋਂ। ਬਿਲਕੁਲ ਸਹੀ ਗੱਲ ਹੈ। ਤੇ ਉਹਨਾਂ ਦੇ ਨਾਲ ਉਹਨਾਂ ਨੇ ਕਿਹਾ ਵੀ ਮੈਂ ਐਸਪੀ ਭਾਰਗਵ ਬੋਲ ਰਿਹਾ ਤੇ ਮੈਨੂੰ ਨਾ ਫਲਾਣੇ ਕੰਮ ਦੇ ਲਈ ਪੈਸੇ ਚਾਹੀਦੇ ਨੇ। ਔਰ ਤੁਸੀਂ ਵੇਖੋ ਇਹ ਜਿਹੜਾ ਬੰਦਾ ਹੈ ਆਰੋਪੀ ਦਾ ਨਾਮ ਅਸਲ ਦੇ ਵਿੱਚ ਸੁਰੇਸ਼ ਹੈ, ਸੁਰੇਸ਼ ਦੇ ਨਾਲ ਉਰਫ ਭੇਰਾ ਰਾਮ ਇਸ ਬੰਦੇ ਦਾ ਨਾਮ ਹੈ। ਤੇ ਇਹਨੇ ਉਹਨਾਂ ਨੂੰ ਫੋਨ ਕੀਤਾ ਔਰ ਇਸ ਬੰਦੇ ਦੇ ਕੋਲ ਇਹੋ ਜਿਹਾ ਕੋਈ ਸੌਫਟਵੇਅਰ ਆ ਕਿ ਜਦੋਂ ਇਹਨੇ ਕਾਲ ਕੀਤੀ ਤਾਂ ਵਾਕਈ ਫੋਨ ਦੇ ਉੱਤੇ ਨਾਮ ਵੀ ਐਸਪੀ ਭਾਰਗਵ ਹੀ ਸ਼ੋ ਹੋਇਆ। ਤੇ ਉਸ ਤੋਂ ਬਾਅਦ ਇਹਨੇ ਕਹਿੰਦੇ ਵੀ ਇਦਾਂ ਕਰਕੇ 10 ਲੱਖ ਰੁਪਏ ਦੀ ਠੱਗੀ ਮਾਰ ਲਈ ਉਹਨਾਂ ਦੇ ਨਾਲ, ਐਮਐਲਏ ਸਾਹਿਬ ਨਾਲ ਜੀ। ਤੇ ਉਸ ਤੋਂ ਬਾਅਦ ਇਹ ਬੰਦਾ ਵੀ ਹੁਣ ਫੜ ਲਿਆ ਗਿਆ ਤੇ ਇਸ ਤੋਂ ਪਹਿਲਾਂ ਵੀ 47 ਮੁਕੱਦਮੇ ਆਲਰੇਡੀ ਦਰਜ ਸੀ ਇਹਦੇ ਨਾਂ ਦੇ ਉੱਤੇ। ਨਹੀਂ ਕੁਝ ਪਤਾ ਲੱਗਦਾ ਚੋਰਾਂ ਨੂੰ ਪੈਂਦੇ ਕਦੋਂ ਮੋਰ। ਇਹ ਵੀ ਹਰਭਜਨ ਮਾਨ ਹੋਰਾਂ ਦਾ ਗਾਣਾ, ਪਤਾ ਨਹੀਂ ਕਿਉਂ ਮੇਰੇ ਚੇਤੇ ਦੇ ਵਿੱਚ ਆ ਗਿਆ। ਜੋ ਇਸ ਭਾਰਗਵ ਨੇ ਕੀਤਾ ਉਹ ਬਹੁਤ ਮਾੜਾ ਕੀਤਾ। ਦੇਖੋ ਆ ਬੀਬੀ ਪ੍ਰਨੀਤ ਕੌਰ ਦੇ ਨਾਲ ਠੱਗੀ ਮਾਰ ਗਿਆ ਸੀ ਇੱਕ ਬੰਦਾ ਲੱਖਾਂ ਰੁਪਏ ਦੀ, ਉਹ ਵੀ ਐਂ ਕਹਿੰਦੇ ਵੀ ਪੈਸੇ ਪੂਸੇ ਕੱਢ ਕੇ ਤੇ ਫੁਰ ਹੋ ਗਿਆ। ਹੁਣ ਇਧਰ ਪਤਾ ਲੱਗਾ ਵੀ ਇਧਰਲਾ ਬੰਦਾ ਫੁਰ ਹੋ ਗਿਆ। ਪਰ ਤੁਸੀਂ ਵੇਖੋ ਦੋਵਾਂ ਦੇ ਵਿੱਚ ਇੱਕ ਚੀਜ਼ ਜਿਹੜੀ ਆਮ ਆ ਵੀ ਉਹ ਵੀ ਬੰਦਾ ਫੜਿਆ ਗਿਆ ਸੀ, ਆ ਵੀ ਬੰਦਾ ਫੜਿਆ ਗਿਆ। ਦੇਖੋ ਉਹ ਸਵਰਨ ਸਿੰਘ ਥੋੜੀ ਆ, ਉਹ ਹਰਮਨ ਥੋੜੀ ਆ, ਉਹ ਕੋਈ ਮੱਖਣ ਜਾਂ ਬੂਟਾ ਸਿੰਘ ਥੋੜੀ ਆ। ਇਹ ਵੱਡੇ ਲੋਕ ਆ, ਇਹਨਾਂ ਨੂੰ ਪਤਾ ਵੀ ਕਿਵੇਂ ਬੰਦੇ ਫੜੇ ਜਾਣੇ ਆ। ਜਿਹੜਾ ਬੰਦਾ ਇਹਨਾਂ
ਨਾਲ ਠੱਗੀ ਮਾਰੂਗਾ ਸਿਰਫ ਉਹੀ ਫੜਿਆ ਜਾਣਾ। ਜੇ ਆਪਾਂ ਉੱਥੇ ਤਾਂ ਆਪਣੀਆਂ ਤਾਂ ਜੁੱਤੀਆਂ ਘਸ ਜਾਣੀਆਂ ਸੀ, ਆਪਣੀਆਂ ਤਾਂ ਅਗਲੀਆਂ ਪੀੜ੍ਹੀਆਂ ਨੇ ਚੇਤੇ ਰੱਖਣਾ ਸੀ ਵੀ ਆਪਾਂ ਥਾਣੇ ਨਹੀਂ ਜਾਣਾ, ਜਿੰਨਾ ਮਰਜ਼ੀ ਲੁੱਟੇ ਜਾਈਏ। ਸੋ ਇਸ ਕਰਕੇ ਭਾਈ ਜਿਹੜੇ ਬੰਦਿਆਂ ਨੇ ਠੱਗੀ ਮਾਰਨੀ ਹੈ ਨਾ, ਉਹ MLA ਨੂੰ ਵੀ ਨਹੀਂ ਬਖਸ਼ਦੇ। ਤੁਸੀਂ ਇਹ ਦੇਖੋ ਵੀ ਜਿਹੜੇ ਗਲਤ ਬੰਦੇ ਆ ਉਹ ਕਿੱਥੋਂ ਤੱਕ ਆ, ਉਹਨਾਂ ਦੀ ਬਹਾਦਰੀ ਕਹਿ ਲਓ, ਉਹਨਾਂ ਦੇ ਮਨ ਦੇ ਵਿੱਚ ਡਰ ਹੈ ਨਹੀਂ ਗਾ, ਇਹ ਗੱਲ ਕਹਿ ਲਓ। ਸੋ ਇਸ ਤਰੀਕੇ ਦੀਆਂ ਭਾਈ ਠੱਗੀਆਂ ਨਹੀਂ ਵੱਜਣੀਆਂ ਚਾਹੀਦੀਆਂ। MLA ਸਾਹਿਬ ਨੂੰ ਵੀ ਬੇਨਤੀ ਹੈ ਵੀ ਜੇ ਤੁਹਾਨੂੰ ਕੋਈ ਫੋਨ ਉੱਦਾਂ ਆਉਂਦਾ ਉਹਦਾ ਵੀ ਕੰਮ ਕਰਿਆ ਕਰੋ। ਸਿਰਫ ਜੇ ਕੋਈ ਪੈਸੇ ਪੂਸੇ ਵਾਲਾ ਆਪਦਾ ਬੰਦਾ ਹੁੰਦਾ ਉਹਦੇ ਨਾਲ ਹੀ ਨਾ ਕੋਈ ਇਹੋ ਜਿਹਾ ਸੰਬੰਧ ਰੱਖਿਆ ਜਾਵੇ। ਬਹੁਤ ਸਾਰੇ ਮਸਲੇ ਆ, ਬੜੇ ਸਵਾਲ ਆ ਜੀ। ਤੇ ਸਾਡੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੈ ਵੀ ਠੀਕ ਹੈ, ਬੰਦਾ ਫੜਿਆ ਜ਼ਰੂਰ ਜਾਣਾ ਚਾਹੀਦਾ ਸੀ, ਠੱਗੀ ਕਿਸੇ ਨਾਲ ਵੀ ਵੱਜੇ ਉਹ ਮਾੜੀ ਹੈ ਤੇ ਆਰੋਪੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਜਿੰਨੀ ਮੁਸਤੈਦੀ ਦੇ ਨਾਲ, ਜਿੰਨਾ ਫਟਾਫਟ ਤੁਸੀਂ MLA ਸਾਹਿਬ ਦੇ ਲਈ ਸਾਰਾ ਕੁਝ ਕੀਤਾ ਜਾਂ ਪਹਿਲਾਂ ਪਰਨੀਤ ਕੌਰ ਹੋਰਾਂ ਦੇ ਲਈ ਸਾਰਾ ਕੁਝ ਕੀਤਾ ਗਿਆ ਪੁਲਿਸ ਦੇ ਵੱਲੋਂ, ਉਵੇਂ ਹੀ ਆਮ ਬੰਦਿਆਂ ਦੇ ਪੈਸੇ ਵੀ ਉਹਨਾਂ ਦੀ ਹੱਕ ਸੱਚ ਦੀ ਕਮਾਈ ਹੁੰਦੀ ਹੈ। 10 ਨੌਹਾਂ ਦੀ ਕਿਰਤ ਕਰਕੇ ਉਹ ਪੈਸਾ ਕਮਾਉਂਦੇ ਨੇ, ਤੇ ਜਦੋਂ ਉਹ ਕਿਤੇ ਉਹਨਾਂ ਦੇ ਨਾਲ ਠੱਗੀ ਵੱਜਦੀ ਹੈ ਤਾਂ ਉਦੋਂ ਉਹਨਾਂ ਦੀ ਵੀ ਇਸੇ ਤਰੀਕੇ ਦੇ ਨਾਲ ਛੇਤੀ ਤੋਂ ਛੇਤੀ ਪੁੱਛਗਿੱਛ ਹੋਣੀ ਚਾਹੀਦੀ ਹੈ ਤੇ ਬੰਦੇ ਫੜੇ ਜਾਣੇ ਚਾਹੀਦੇ ਨੇ। ਹਾਂ, ਇਹ ਤਾਂ ਗੱਲ ਵੀ ਸੱਚੀ ਆ ਜੀ, ਪਰ ਕਦੇ ਫੜੇ ਗਏ ਨਹੀਂ। ਉਹਦਾ ਉਹੀ ਮੈਂ ਕਹਿੰਦੀ ਆ, ਮੇਰਾ ਇੱਕ ਮੋਬਾਈਲ ਗਵਾਚਿਆ ਸੀ, ਅੱਜ ਤੱਕ ਨਹੀਂ ਲੱਭਿਆ ਟਾਣਾ ਸਾਹਿਬ। ਮੇਰਾ ਮੋਟਰਸਾਈਕਲ ਚੱਕ ਲਿਆ ਸੀ, ਉਹ ਲੱਭ ਗਿਆ। ਕਿਉਂ? ਮੇਰਾ ਫੋੜਾ ਚੱਲਦੇ ਆ। ਜਦੋਂ ਉਹਦੀ ਆਖਰੀ ਕਿਸ਼ਤ ਸਿਰ ਦੇ ਉੱਤੇ ਸੀ, ਮੋਟਰਸਾਈਕਲ ਚੱਕਿਆ ਗਿਆ। ਲਓ ਜੀ, ਮੈਂ 5-7 ਗੇੜੇ ਮਾਰੇ ਥਾਣੇ 'ਚ ਜਾ ਕੇ। ਉਹ ਕਹਿਣ ਜਦੋਂ ਮਿਲਿਆ ਤੁਹਾਨੂੰ ਫੋਨ ਕਰ ਦਿਆਂਗੇ। ਮੈਨੂੰ ਕਿਹਨੇ ਮੋਇਆ ਨੇ ਫੋਨ ਕਰਨਾ। ਉਸ ਤੋਂ ਬਾਅਦ ਮੈਂ ਕਿਸ਼ਤਾਂ ਤੇ ਫਿਰ ਲੈ ਲਿਆ। ਇਹ ਤਾਂ ਆਮ ਬੰਦੇ ਦੀ, ਸਧਾਰਨ ਬੰਦੇ ਦੀ ਸਥਿਤੀ ਆ। ਮੈਂ ਤੁਹਾਨੂੰ ਦੱਸਦਾ, ਇੱਕ ਵਾਰੀ ਮੇਰਾ ਮੋਬਾਈਲ ਚੋਰੀ ਹੋ ਗਿਆ ਜਾਂ ਮੇਰਾ ਮੋਬਾਈਲ ਡਿੱਗ ਪਿਆ। ਬੰਦੇ ਨੂੰ ਡਰ ਹੁੰਦਾ ਵੀ ਕਿਤੇ ਮੇਰੇ ਫੋਨ ਦੀ ਕੋਈ ਦੁਰਵਰਤੋਂ ਨਾ ਕਰ ਜੇ, ਇਹਦੇ ਤੋਂ ਕੋਈ ਟੱਲੀ ਕਿਤੇ ਹੋਰ ਨਾ ਮਾਰ ਜੇ, ਸਿਆਪਾ ਖੁਦ ਨੂੰ ਪੈ ਜਾਣਾ। ਮੈਂ ਗਿਆ ਉੱਥੇ ਥਾਣੇ ਦੇ ਵਿੱਚ ਰਿਪੋਰਟ ਲਿਖਾਉਣ, ਕਿਉਂਕਿ ਨਕਲੀ ਸਿਮ ਦੁਬਾਰਾ ਮਿਲ ਜਾਂਦੀ ਆ ਉਸ ਰਿਪੋਰਟ ਦੇ ਆਧਾਰ ਤੇ। ਇੱਕ ਪ੍ਰਵਾਸੀ ਮਜ਼ਦੂਰ ਉੱਥੇ ਬੈਠਾ ਤੇ ਉਹ ਵੀ ਆਪਦੀ ਕੋਈ ਇਹੋ ਜਿਹੀ ਰਿਪੋਰਟ ਲਿਖਾਉਣ ਆਇਆ। ਉਹਨੂੰ ਪੁੱਛੇ ਬੰਦਾ ਵੀ ਤੇਰਾ ਮੋਬਾਈਲ ਕਿਹੋ ਜਿਹਾ ਸੀ, पुलिस वाला, वो कहना जी जनाब ऐसा था, वो तो नोकिया का था, वो तो ऐसा था बाबूजी, वो तो ऐसा था। ते उन्हें उन्होंने दस्या भी मेरा मोबाइल जो 700-800 रुपये का होगा। अगों उन्होंने कहना भी 300 रुपया कढ़ तेरी रिपोर्ट लिख लेने। उन्हें बाबूजी अगर वो 800 का था मेरा तो 1100 का हो गया ना। मतलब ये है भी उत्थे कम इउं चलदा ते इउं नहीं चलना चाहिए। ते हुण आपां लैने वक्फा जी, वक्फा लैने ते बाकी दीयां गल्लां वक्फे तो बाद जारी रखांगे। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਟਾਣਾ ਸਾਹਿਬ। ਬਿਲਕੁਲ ਹਰਮਨ ਜੀ, ਆ ਨਾ ਆਪਾਂ ਸਾਰੇ ਜਾਣਦੇ ਆ ਵੀ ਜਦੋਂ 6 ਜੂਨ 1984 ਚਿੱਤੇ ਕਰਦੇ ਆ ਤਾਂ ਕੀ ਕੁਝ ਮਨ ਦੇ ਉੱਤੇ ਬੀਤਦਾ, ਕੀ ਕੁਝ ਸਾਡੇ ਨਾਲ ਅਤੀਤ ਦੇ ਵਿੱਚ ਹੋਇਆ ਵਾਪਰਿਆ, ਕਿਵੇਂ ਅਸੀਂ ਸੰਤਾਪ ਹੰਡਾਇਆ ਤੇ ਕੀ ਸਾਡੇ ਬਲਬਲੇ ਆ ਇਹ ਲੋਕਾਂ ਦੇ ਵੱਲੋਂ ਪ੍ਰਗਟਾਵਾ ਸਮੇਂ-ਸਮੇਂ ਤੇ ਕੀਤਾ ਜਾਂਦਾ। ਬਿਲਕੁਲ ਸਹੀ। ਜੂਨ ਦਾ ਮਹੀਨਾ ਸਾਡੇ ਲਈ ਪਹਿਲਾ ਹਫਤਾ ਜਿਹੜਾ ਉਹ ਸੱਚੀ ਮੁੱਚੀ ਅੰਦਰੇ ਨੂੰ ਨਪੀੜਨ ਵਾਲਾ ਹੁੰਦਾ। ਤੇ ਹੁਣ ਨਾ ਇਸ ਮਾਮਲੇ ਦੇ ਉੱਤੇ ਦਿਲਜੀਤ ਦੋਸਾਂਝ ਦੇ ਵੱਲੋਂ ਕੁਝ ਕੁ ਵਿਚਾਰਾਂ ਦੀ ਪੇਸ਼ਕਾਰੀ ਕੀਤੀ ਗਈ। ਉਹਦੇ ਉੱਤੇ ਰਵਨੀਤ ਬਿੱਟੂ ਜਿਹੜੇ ਕਿ ਕਾਂਗਰਸ ਦੇ ਵੱਲੋਂ ਸੰਸਦ ਮੈਂਬਰ ਹੈਗੇ ਲੁਧਿਆਣੇ ਤੋਂ, ਉਹਨਾਂ ਦੇ ਵੱਲੋਂ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ। ਦੇਖੋ, ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਆ ਕਿ ਕਲਾਕਾਰਾਂ ਨੂੰ ਚੰਗੇ ਗੀਤ ਗਾਉਣੇ ਚਾਹੀਦੇ ਆ, ਸਮੇਂ ਦੇ ਤੇ ਅਤੀਤ ਦੇ ਹਾਲ ਨੂੰ ਬਿਆਨ ਕਰਨਾ ਚਾਹੀਦਾ, ਪਰ ਵਰਤਮਾਨ ਨੂੰ ਫੁਕਰੀ ਰੂਪ ਦੇ ਵਿੱਚ ਪੇਸ਼ ਨਹੀਂ ਕਰਨਾ ਚਾਹੀਦਾ। ਇਹ ਸਭਨਾਂ ਦੇ ਉੱਤੇ ਗੱਲ ਲਾਗੂ ਹੁੰਦੀ ਆ, ਪਰ ਜਿਹੜੇ ਅਤੀਤ ਨੂੰ ਬਿਆਨ ਕਰਦੇ ਆ ਉਹ ਕੋਈ ਗਲਤ ਨਹੀਂ। ਪਰ ਹਾਂ, ਇਹਦੇ ਨਾਲ ਇਹ ਵੀ ਗੱਲ ਜ਼ਰੂਰੀ ਆ ਵੀ ਭਾਈ ਲੋਕਾਂ ਨੂੰ ਭੜਕਾਇਆ ਨਾ ਜਾਵੇ। ਦਲਜੀਤ ਦੋਸਾਂਝ ਦੇ ਵੱਲੋਂ ਕੁਝ ਕੁ ਟਿੱਪਣੀਆਂ ਕੀਤੀਆਂ ਗਈਆਂ ਤੇ ਉਹਦੇ ਉੱਤੇ ਰਵਨੀਤ ਬਿੱਟੂ ਹੋਰੀ ਬੜੇ ਤੱਤੇ ਭਾਰੇ ਹੋਏ ਆ। ਬਿੱਟੂ ਨੇ ਇਹ ਗੱਲ ਕਹੀ ਹੈ ਜੀ ਕਿ ਦਲਜੀਤ ਦੋਸਾਂਝ ਨੇ ਲੋਕਾਂ ਤੋਂ, ਪੰਜਾਬੀਆਂ ਤੋਂ ਕਰੋੜਾਂ ਅਰਬਾਂ ਰੁਪਈਆ ਕਮਾਇਆ। ਹੁਣ ਉਹ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਗੱਲ ਕਹਿੰਦਾ ਵੀ ਜਿਹੜੀ ਪੰਜਾਬ ਦੀ ਜਵਾਨੀ ਆ ਉਹਨੂੰ ਆਪਣੀ ਜਾਨ ਦੇਣ ਵਾਸਤੇ ਤਿਆਰ ਰਹਿਣਾ ਚਾਹੀਦਾ, ਜਾਨ ਤਲੀ ਦੇ ਉੱਤੇ ਰੱਖ ਕੇ ਹਾਜ਼ਰ ਰਹਿਣਾ ਚਾਹੀਦਾ। ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਨੂੰ ਵੀ ਦੁੱਖ ਆ ਕਿ ਜੋ ਕੁਝ ਅਤੀਤ ਦੇ ਵਿੱਚ ਹੋਇਆ ਵਾਪਰਿਆ 84 ਦੇ ਵਿੱਚ, ਪਰ ਇਹਦਾ ਮਤਲਬ ਇਹ ਨਹੀਂ ਕਿ ਦਲਜੀਤ ਦੋਸਾਂਝ ਇਦਾਂ ਬੋਲੂਗਾ, ਦਲਜੀਤ ਦੋਸਾਂਝ ਲੋਕਾਂ ਨੂੰ ਭੜਕਾਊਗਾ। ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਭਾਈ ਬੰਦੂਕਾਂ ਚੱਕ ਲਓ, ਬਿੱਟੂ ਕਹਿੰਦਾ, ਪਰ ਜੇਕਰ ਦਲਜੀਤ ਆਪ ਨਹੀਂ ਬੰਦੂਕ ਚੱਕ ਸਕਦਾ, ਜੇਕਰ ਆਪ ਨਹੀਂ ਲੜਾਈ ਲੜ ਸਕਦਾ ਤਾਂ ਜਵਾਨੀ ਨੂੰ ਗੁੰਮਰਾਹ ਵੀ ਨਹੀਂ ਕਰਨਾ ਚਾਹੀਦਾ। ਇਹ ਉਹਨੇ ਆਪਣੇ ਵਿਚਾਰ ਪੇਸ਼ ਕੀਤੇ ਆ। ਅੱਛਾ ਜੀ, ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਜੇਕਰ ਆਪਾਂ ਗੱਲ ਕਰੀਏ ਵਿਚਾਰਾਂ ਦੀ, ਮਤਭੇਦ ਹਰੇਕ ਦੇ ਵਿੱਚ ਹੁੰਦੇ ਨੇ, ਕਿਸੇ ਦੇ ਆਪਣੇ ਵਿਚਾਰ ਹੋ ਸਕਦੇ ਨੇ, ਕਿਸੇ ਦੇ ਆਪਣੇ, ਹਨਾ। ਪਰ ਇਹ ਜੂਨ ਦੇ ਵਿੱਚ ਜੋ ਕੁਝ ਵੀ ਵਾਪਰਿਆ, ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਵੀ ਅੱਜ ਤਾਈਂ ਤੁਸੀਂ ਵੇਖੋ ਕਿੰਨੇ ਸਾਲ ਹੋ ਗਏ ਵੀ ਹਾਲੇ ਤੱਕ ਕੋਈ ਵੀ ਇਨਸਾਫ ਜਿਹੜਾ ਹੈ ਉਹਦੀ ਕਿਤੇ ਵੀ ਕਿਰਨ ਨਜ਼ਰ ਨਹੀਂ ਆ ਰਹੀ। ਲੋਕ ਜਿਨ੍ਹਾਂ ਦੇ ਉੱਪਰ ਜੋ ਕੁਝ ਬੀਤਿਆ, ਜਿਨ੍ਹਾਂ ਨੇ ਜੋ ਹੰਢਾਇਆ, ਉਹ ਉਹੀ ਜਾਣਦੇ। ਜਦੋਂ ਇਹ ਪਹਿਲਾ ਹਫਤਾ ਆਉਂਦਾ ਹੈ ਤੇ ਦਰਬਾਰ ਸਾਹਿਬ ਦੀਆਂ ਉਹੀ ਤਸਵੀਰਾਂ ਦੁਬਾਰਾ ਤੋਂ ਸਾਰੀਆਂ ਸਾਹਮਣੇ ਆਉਂਦੀਆਂ ਨੇ, ਜੋ ਕੁਝ ਉੱਥੇ ਵਾਪਰਿਆ ਉਹ ਸਾਰਿਆਂ ਦੇ ਸਾਹਮਣੇ ਦੁਬਾਰਾ ਤੋਂ ਆਉਣਾ ਸ਼ੁਰੂ ਹੋ ਜਾਂਦਾ, ਜਿਹਦੇ ਨਾਲ ਦਿਲ ਜਿਹੜਾ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਨਾ। ਸੋ ਮੈਨੂੰ ਲੱਗਦਾ ਵੀ ਇਹੋ ਜਿਹੇ ਮਾਮਲਿਆਂ ਦੇ ਉੱਪਰ ਨਾ ਤਾਂ ਸਿਆਸਤ ਹੋਣੀ ਚਾਹੀਦੀ ਹੈ ਤੇ ਨਾ ਹੀ ਕਿਸੇ ਨੂੰ ਭੜਕਾਉਣਾ ਚਾਹੀਦਾ। ਬਿਲਕੁਲ ਜੀ। ਦੂਜੀ ਗੱਲ ਇਹ ਹੈ ਕਿ ਦਲਜੀਤ ਦੋਸਾਂਝ ਨੇ ਕਈ ਗਾਣੇ ਚੰਗੇ ਵੀ ਗਾਏ ਆ, ਨੀ ਮੈਂ ਕੁੱਜੇ ਵਿੱਚ ਆਵਾਂਗਾ ਸਵਾਹ ਬਣ ਕੇ, ਉਹਨੇ ਇਹੋ ਜਿਹੇ ਗਾਣੇ ਵੀ ਗਾਏ ਆ। ਸੋ ਜੇਕਰ ਉਹਦੇ ਵੱਲੋਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ, ਹਰ ਬੰਦੇ ਨੂੰ ਆਪਣੇ ਵਿਚਾਰ ਪ੍ਰਗਟਾਵੇ ਦਾ ਹੱਕ ਹੈ।
ਜ਼ਾਬਤੇ ਦੇ ਵਿੱਚ ਰਹਿ ਕੇ। ਜੇਕਰ ਉਹਨੇ ਕੀਤਾ ਤਾਂ ਮੇਰਾ ਖਿਆਲ ਹੈ ਵੀ ਬਿੱਟੂ ਹੋਰਾਂ ਨੂੰ ਇੰਨਾ ਵੱਡਾ ਪੜੋਲ ਨਹੀਂ ਸੀ ਬਣਾਉਣਾ ਚਾਹੀਦਾ। ਅੱਜ ਮੈਂ ਪੜ੍ਹੀਆਂ ਕਈ ਖਬਰਾਂ ਕੁਝ ਕੁ ਅਖਬਾਰਾਂ ਦੇ ਵਿੱਚ ਤੇ 4-4 ਕਾਲਮ ਦੀਆਂ ਖਬਰਾਂ ਛਪੀਆਂ ਵੀ ਭਾਈ ਦਲਜੀਤ ਦੋਸਾਂਝ ਨੂੰ ਸਿੱਧਾ ਦਿੱਤਾ ਜਵਾਬ ਤੇ ਕਰਨ ਔਜਲੇ ਦੇ ਮੁਤਲਕ ਵੀ ਗੱਲਾਂ ਬਾਤਾਂ ਲਿਖੀਆਂ ਗਈਆਂ। ਸੋ ਗਾਉਣ ਵਾਲੇ ਆ ਜਿਹੜੇ ਉਹ ਹਮੇਸ਼ਾ ਇੱਕੋ ਰੂਪ ਦੇ ਵਿੱਚ ਨਾ ਦੇਖਣ ਨੂੰ ਮਿਲਣ, ਇਹਦੇ ਬਾਬਤ ਅਸੀਂ ਵੀ ਚਾਹੁੰਦੇ ਆ। ਪਰ ਜੇਕਰ 1984 ਸਿੱਖ ਕਤਲੇਆਮ ਦੇ ਮੌਕੇ, ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਮੌਕੇ ਜੋ ਕੁਝ ਹੋਇਆ ਉਹਨੂੰ ਆਪਾਂ ਗੀਤ ਦੀ ਜਾਂ ਕਿਸੇ ਵੀ ਹੋਰ ਕਲਾ ਦੀ ਸਿਨਫ ਦੇ ਰਾਹੀਂ ਪੇਸ਼ ਕਰਦੇ ਆ, ਤਾਂ ਮੇਰਾ ਖਿਆਲ ਆ ਵੀ ਉਹਦੇ ਉੱਤੇ ਇੰਨਾ ਬੁਰਾ ਨਹੀਂ ਮਨਾਉਣਾ ਚਾਹੀਦਾ। ਪਰ ਇਹ ਵੀ ਗੱਲ ਆ ਵੀ ਕਿਸੇ ਨੂੰ ਭੜਕਾਉਣਾ ਨਹੀਂ ਚਾਹੀਦਾ। ਇਸ ਗੱਲ ਦੇ ਵੱਲ ਵੀ ਖਿਆਲ ਕਰਨਾ ਚਾਹੀਦਾ ਵੀ ਵਿਚਾਰ ਪ੍ਰਗਟਾਵਾ ਬਿਲਕੁਲ ਸਹੀ ਆ, ਸਾਨੂੰ ਦੁੱਖ ਹੈ, ਦੁੱਖ ਹੋਣਾ ਕੁਦਰਤੀ ਵੀ ਹੈ, ਇਨਸਾਫ ਮਿਲਿਆ ਨਹੀਂ, ਬਿਲਕੁਲ ਸੱਚੀਆਂ ਗੱਲਾਂ ਹੈਗੀਆਂ। ਪਰ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਉੱਤੇ ਵੀ ਕਈ ਲੋਕਾਂ ਦੇ ਕਈ ਤਰ੍ਹਾਂ ਦੇ ਤਨਜ਼ ਹੈਗੇ ਆ ਵੀ ਕਿਸ ਤਰੀਕੇ ਨਾਲ ਅਤੀਤ ਦੇ ਵਿੱਚ ਕੀ ਕੁਝ ਕਿਵੇਂ ਹੋਇਆ। ਸੋ ਬਾਕੀ ਇਹ ਗੱਲਾਂ ਜਦੋਂ ਖਬਰਾਂ ਦੇ ਵਿੱਚ ਆਉਂਦੀਆਂ ਉਹ ਇੱਕ ਵੱਖਰਾ ਪ੍ਰਸੰਗ ਲੈ ਜਾਂਦੀਆਂ ਤੇ ਵਕਤ ਦੱਸੂਗਾ ਵੀ ਇਸ ਮਾਮਲੇ ਦੇ ਉੱਤੇ ਹੁਣ ਦਲਜੀਤ ਦੋਸਾਂਝ ਆਪਣੇ ਵਿਚਾਰ ਪੇਸ਼ ਕਰਦਾ ਹੈ ਜਾਂ ਫਿਰ ਨਹੀਂ। ਜੀ ਬਿਲਕੁਲ, ਇਹ ਮਾਮਲੇ ਬਹੁਤ ਜ਼ਿਆਦਾ ਸੰਜੀਦਾ ਨੇ ਤੇ ਇਹਨਾਂ ਦੇ ਬਾਰੇ 'ਚ ਮੈਨੂੰ ਲੱਗਦਾ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਵੀ ਸਾਨੂੰ 100 ਵਾਰ ਸੋਚਣਾ ਚਾਹੀਦਾ। ਸਿੱਖਾਂ ਦੇ ਉੱਤੇ ਅਤਿਆਚਾਰ ਤਾਂ ਬਹੁਤ ਹੋਇਆ, ਇਹ ਤਾਂ ਗੱਲ ਸੱਚੀ ਹੈ। ਸਿੱਖਾਂ ਦੇ ਨਾਲ ਜਿੰਨਾ ਵੱਡਾ ਧਰੋਹ ਕਮਾਇਆ ਗਿਆ ਉਹ ਗੱਲ ਸੱਚੀ ਹੈ। ਦਿੱਲੀ ਕਦੇ ਵੀ ਸਿੱਖਾਂ ਦੀ ਵਫਾਦਾਰ ਸਾਬਤ ਨਹੀਂ ਹੋਈ, ਇਹ ਵੀ ਗੱਲ ਸੱਚੀ ਹੈ। ਪਰ ਗੱਲ ਇਹ ਹੈ ਵੀ ਅਸੀਂ ਵੋਟਾਂ ਵੀ ਪਾਉਨੇ ਆ, ਅਸੀਂ ਪੀੜ ਵੀ ਮਹਿਸੂਸ ਕਰਦੇ ਆ, ਸਾਨੂੰ ਵੀ ਇੱਕ ਪਾਸੇ ਸਟੈਂਡ ਕਰਨਾ ਜ਼ਰੂਰ ਚਾਹੀਦਾ ਵੀ ਅਸੀਂ ਕਿਸੇ ਰਾਜਨੀਤਿਕ ਧਿਰ ਦੀ ਗੱਲ ਨਹੀਂ ਕਰਦੇ, ਪਰ ਜਿਨ੍ਹਾਂ ਤੋਂ ਅਸੀਂ ਦੁਖੀ ਹੁੰਨੇ ਆ ਫਿਰ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਜਾਂਦੇ, ਕਦੇ ਇਸ ਗੱਲ ਦੇ ਉੱਤੇ ਹੈਰਾਨੀ ਜ਼ਰੂਰ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ ਤੁਹਾਡੀ ਟੈਣਾ ਸਾਹਿਬ। ਤੇ ਹੁਣ ਆਪਾਂ ਅਗਲੀ ਖਬਰ ਵੱਲ ਨੂੰ ਵਧੀਏ। ਕਹਿੰਦੇ ਨੇ ਲੋਕਡਾਊਨ ਦਾ ਜਿਹੜਾ ਖਾਮਿਆਜ਼ਾ ਹੈ ਵੱਡੇ ਪੱਧਰ ਦੇ ਉੱਪਰ ਪਿੰਗਲਵਾੜੇ ਨੂੰ ਵੀ ਸਹਿਣਾ ਪੈ ਰਿਹਾ ਹੈ, ਬਜਟ ਤੋਂ ਬਾਹਰ ਹੋ ਰਹੀ ਹੈ ਸੰਸਥਾ। ਦੇਖੋ ਹਰਮਨ ਜੀ, ਅੱਜ ਨਾ ਮੈਂ ਇਸ ਮੁਤਲਕ 2 ਖਬਰਾਂ ਪੜ੍ਹੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਕੱਤਰ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੂਬੇ ਦੀ ਸਰਕਾਰ ਦੇ ਵੱਲੋਂ ਜਾਂ ਪਾਵਰਕਾਮ ਵਿਭਾਗ ਦੇ ਵੱਲੋਂ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ। ਇਹ ਕੀਮਤਾਂ ਵਧਣ ਦੇ ਕਰਕੇ ਗੁਰੂ ਦੀ ਗੋਲਕ ਦੇ ਉੱਤੇ ਬੋਝ ਪੈਂਦਾ ਤੇ ਜਿਵੇਂ ਹੁਣ 5 ਪੈਸੇ ਹੋਰ ਯੂਨਿਟ ਦੀ ਕੀਮਤ ਵਧਾ ਦਿੱਤੀ ਗਈ ਹੈ, ਉਹਦੇ ਨਾਲ ਉਹਨਾਂ ਨੇ ਕਿਹਾ ਜੀ ਕਿ 60,000 ਰੁਪਇਆ ਮਹੀਨੇ ਦਾ ਗੁਰੂ ਦੀ ਗੋਲਕ ਦੇ ਉੱਤੇ ਬੋਝ ਪੈ ਗਿਆ। ਇਹਦਾ ਨਹੀਂ ਹੋਣਾ ਚਾਹੀਦਾ। ਅਸੀਂ ਸੂਬੇ ਦੀ ਸਰਕਾਰ ਨੂੰ ਕਵਾਂਗੇ ਕਿ ਇਉਂ ਨਾ ਕਰੋ। ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਆ, ਪਰ ਮੇਰੇ ਵਿਚਾਰ ਥੋੜੇ ਜਿਹੇ ਇਸ ਤੋਂ ਉਲਟ ਆ। ਦੇਖੋ ਦਰਬਾਰ ਸਾਹਿਬ ਦੇ ਵਿੱਚ ਸੰਗਤ ਆਉਂਦੀ ਆ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ। ਲੋਕਡਾਊਨ ਦੇ ਕਰਕੇ ਸਮੱਸਿਆ ਥੋੜੀ ਜਿਹੀ ਵਧੀ ਹੈ, ਗੋਲਕਾਂ ਦੇ ਵਿੱਚ ਧਨ ਘਟ ਗਿਆ, ਪਰ ਇੱਥੇ ਅਰਬਾਂ ਰੁਪਏ ਦਾ ਬਜਟ ਹੈਗਾ। ਇਹ ਸਾਰਾ ਕੁਝ ਸੰਗਤ ਦੇ ਪੈਸੇ ਨਾਲ ਚੱਲਦਾ। ਆਪਾਂ ਸਰਕਾਰ ਦੇ ਕੋਲੇ ਜੋ ਮਿੰਨਤਾਂ ਕਰਦੇ ਆ ਤੇ ਮਹੀਨੇ ਦਾ 60,000 ਰੁਪਇਆ ਕੋਈ ਬੜੀ ਵੱਡੀ ਰਕਮ ਹੈ ਨਹੀਂ। ਜੇਕਰ ਕਿਸੇ ਇੱਕ ਅਮਰੀਕੀ ਭੈਣ ਭਰਾ ਨੇ $1,000 ਮਹੀਨੇ 'ਚ ਦੇਤਾ ਤਾਂ 60,000 ਤੋਂ ਉੱਤੇ ਦੀ ਰਕਮ ਹੋ ਜਾਂਦੀ ਹੈ। ਸੋ ਮੈਨੂੰ ਤਾਂ ਇਉਂ ਲੱਗਦਾ ਵੀ ਆਪਾਂ ਇਸ ਮਾਮਲੇ ਤੇ ਰਾਜਨੀਤੀ ਨਾ ਕਰਕੇ, ਉਦਾਂ ਤਾਂ ਸਾਨੂੰ ਦੁੱਖ ਆ ਵੀ ਸਾਡੇ ਉੱਤੇ ਵੀ ਇਸ ਬਿਜਲੀ ਦੀਆਂ ਕੀਮਤਾਂ ਦਾ ਬੋਝ ਪੈਂਦਾ, ਪੰਜਾਬੀਆਂ ਦੇ ਉੱਤੇ ਪੈਂਦਾ, ਪਰ ਕਿਉਂਕਿ ਦਾਨ ਦੇ ਨਾਲ ਸਭ ਕੁਝ ਚੱਲਦਾ, ਇਸ ਕਰਕੇ ਇਹ ਵੀ ਚੱਲ ਜੂਗਾ ਤੇ ਆਪਾਂ ਕਿਹੜੀ ਗੱਲੋਂ ਸਰਕਾਰ ਦੀ ਮਿਹਨਤ ਕਰਨੀ ਹੈ। ਬਿਲਕੁਲ ਸਹੀ। ਪਰ ਉਸ ਤੋਂ ਅਗਲੀ ਗੱਲ ਜਿਹੜੀ ਤੁਸੀਂ ਪੁੱਛੀ ਆ ਉਹ ਇਹ ਹੈ ਕਿ ਪਿੰਗਲਵਾੜਾ ਸੰਸਥਾ ਆਪਾਂ ਜਾਣਦੇ ਬਹੁਤ ਮਹਾਨ ਆ। ਭਗਤ ਪੂਰਨ ਸਿੰਘ ਦੇ ਵੱਲੋਂ ਲਾਇਆ ਗਿਆ ਬੂਟਾ ਜਿਹੜਾ ਬੀਬੀ ਇੰਦਰਜੀਤ ਕੌਰ ਦੇ ਵੱਲੋਂ ਘਣਸ਼ਾਵਾਂ ਕੀਤਾ ਗਿਆ। ਆਪਾਂ ਉੱਥੇ ਜਾ ਕੇ ਤੇ ਨਵੇਂ ਸਾਲ ਦਾ ਪ੍ਰੋਗਰਾਮ ਵੀ ਕੀਤਾ ਸੀ। ਕਿੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਅਪਾਹਜ ਆ, ਕਿੰਨੀ ਵੱਡੀ ਗਿਣਤੀ ਦੇ ਵਿੱਚ ਯਤੀਮ ਆ, ਬਜ਼ੁਰਗ ਆ, ਉੱਥੇ ਹੋਰ ਵੱਖ-ਵੱਖ ਕਾਰਨਾਂ ਦੇ ਕਰਕੇ ਲੋਕ ਹੈਗੇ ਆ। ਡਾਕਟਰੀ ਸਹੂਲਤ ਦੇਣੀ, ਰੋਟੀ ਪਾਣੀ ਦਾ ਪ੍ਰਬੰਧ ਕਰਕੇ ਦੇਣਾ ਬੜਾ ਔਖਾ ਹੁੰਦਾ। ਪਰ ਬੀਬੀ ਇੰਦਰਜੀਤ ਕੌਰ ਨੇ ਕਿਹਾ ਜੀ ਕਿ ਇਸ ਵਕਤ ਪਿੰਗਲਵਾੜੇ ਦੀ ਆਮਦਨ ਬਹੁਤ ਘਟ ਗਈ ਆ। ਆਮਦਨ ਤੋਂ ਭਾਵ ਦਾਨ ਬਹੁਤ ਘਟ ਗਿਆ। ਜੇਕਰ ਦਾਨ ਘਟ ਗਿਆ ਤਾਂ ਅਸੀਂ ਇਸ ਸੰਸਥਾ ਨੂੰ ਚਲਾਵਾਂਗੇ ਕਿਵੇਂ? ਅਸੀਂ ਡਾਕਟਰਾਂ ਨੂੰ ਪੈਸੇ ਕਿਵੇਂ ਦੇਵਾਂਗੇ? ਅਸੀਂ ਇੱਥੇ ਸੇਵਾਦਾਰਾਂ ਨੂੰ ਅਜੇ ਤੱਕ ਕੱਢਿਆ ਨਹੀਂਗਾ। ਅਸੀਂ ਇਸ ਲਾਕਡਾਊਨ ਦੇ ਵਿੱਚ ਉਹਨਾਂ ਦੀ ਛੁੱਟੀ ਨਹੀਂ ਕੀਤੀ ਕਿਉਂਕਿ ਉਹ ਵੀ ਇੱਥੇ ਨਿਰਭਰਾ ਕੰਮਕਾਜ ਉਹਨਾਂ ਦੇ। ਪਰ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ, ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਮਦਦ ਕਰਨੀ ਚਾਹੀਦੀ। ਉਹਨਾਂ ਨੇ ਕਿਹਾ ਜੀ ਕਿ ਕਿਉਂਕਿ ਇਹ ਦਾਨ ਦੇ ਉੱਤੇ ਨਿਰਭਰ ਕਰਦੀ ਸੰਸਥਾ। ਇੱਕ ਉਹਨਾਂ ਨੇ ਉਦਾਹਰਨ ਦਿੱਤੀ ਆ। ਉਹ ਕਹਿੰਦੇ ਵੀ ਕੈਨੇਡਾ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਜਾਂ ਹੋਰ ਵੱਖ-ਵੱਖ ਜਿਹੜੀਆਂ ਥਾਵਾਂ, ਉੱਥੇ ਵੱਖ-ਵੱਖ ਧਾਰਮਿਕ ਦਿਹਾੜਿਆਂ ਦੇ ਮੌਕੇ ਸਾਡੀ ਸੰਸਥਾ ਦੇ ਸੇਵਾਦਾਰ ਦਾਨ ਇਕੱਠਾ ਕਰਦੇ ਆ। ਕੈਨੇਡਾ ਦੇ ਵਿੱਚ ਤੇ ਇੰਗਲੈਂਡ ਤੇ ਅਮਰੀਕਾ ਦੇ ਵਿੱਚ ਵਿਸਾਖੀ ਦੇ ਸਮਾਗਮਾਂ ਦੇ ਮੌਕੇ ਦਾਨ ਇਕੱਠਾ ਹੁੰਦਾ। ਐਤਕੀ ਵਿਸਾਖੀ ਦੇ ਸਮਾਗਮ ਹੀ ਨਹੀਂ ਹੋਏ ਤਾਲਾਬੰਦੀ ਦੇ ਕਰਕੇ, ਕਰੋਨਾ ਦੇ ਕਰਕੇ, ਤੇ ਐਤਕੀ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ। ਇਸ ਕਰਕੇ ਸਾਡੀ ਮਦਦ ਕਰੋ। ਬਾਕੀ ਲੋਕਾਂ ਦੀ ਆਪੋ ਆਪਣੀ ਮਰਜ਼ੀ ਹਰਮਨ ਜੀ ਵੀ ਕਿਹਨੇ ਕਿਹਦੀ ਮਦਦ ਕਰਨੀ ਹੈ, ਪਰ ਸੋਚਣ ਵਿਚਾਰਨ ਵਾਲੀ ਗੱਲ ਹੈਗੀ ਹੈ। ਬਿਲਕੁਲ ਜੀ। ਹਰਮਨ ਜੀ, ਕੌਰਵੀ ਦਾ ਇੱਕ ਗਾਣਾ ਆਇਆ ਜੀ, ਮੈਨੂੰ ਕਈ ਸੱਜਣਾ ਨੇ ਸੁਨੇਹੇ ਭੇਜੇ ਆ ਵੀ ਉਹਦੇ ਉੱਤੇ ਟਿੱਪਣੀ ਕਰੋ। ਅੱਛਾ ਜੀ। ਮੈਂ ਤਾਂ ਗਾਣਾ ਸੁਣਿਆ ਨਹੀਂ ਸੀ। ਮੈਂ ਤਾਂ ਅੱਜ ਕੱਲ ਗਾਣੇ ਘੱਟ ਸੁਣਦਾ ਕਿਉਂਕਿ ਜਿਹੜੇ ਗਾਣੇ ਦਾ ਪ੍ਰਚਾਰ ਹੋ ਜਾਏ ਵੀ ਇਹ ਚੰਗਾ ਤੇ ਕੋਈ ਸੁਨੇਹਾ ਭੇਜੇ ਵੀ ਇਹ ਸੁਣਿਓ, ਤੇ ਸੁਣਨ ਨੂੰ ਉਦੋਂ ਕੀ ਕਰਦਾ। ਹੁਣ ਟੈਲੀਵਿਜ਼ਨ ਦੇ ਮੂਹਰੇ ਬੈਠ ਕੇ ਐਂ ਜੇ ਕਰਦੇ ਆਉਂਦੇ ਆ, ਕੋਈ ਐਂ ਜੇ ਕਰਕੇ ਐਂ ਜੇ ਕਰੀ ਜਾਂਦੇ ਆ, ਐਂ ਗਿਆ ਭੂਆ ਸ਼ੱਕ ਭੂਆ ਐਂ ਕਰਦੇ ਆਉਂਦੇ ਆ।
ਮੈਂ ਹੈਰਾਨ ਹੁੰਨਾ ਵੀ ਕਿਤੇ ਅੱਖ 'ਚੋਂ ਉਂਗਲ ਨਾ ਮਾਰ ਦੇਣ, ਇੱਕ ਦੂਜੇ ਨੇ ਡੇਲਾ ਕੱਢ ਕੇ ਬਾਹਰ ਰੱਖ ਦੇਣਗੇ ਜੀ। ਸੋ ਕੌਰ ਵੀ ਦੇ ਗਾਣੇ ਦੇ ਉੱਤੇ ਸੱਜਣਾ ਨੇ ਕਿਹਾ ਵੀ ਟਿੱਪਣੀ ਕਰੋ ਤੇ ਕਹਿੰਦੇ ਵੀ ਸੁਣਿਓ, ਤੇ ਮੈਂ ਸੁਣਿਆ ਤੇ ਮੈਨੂੰ ਦੁੱਖ ਜਾ ਹੋਇਆ। ਕਾਹਦਾ ਦੁੱਖ ਟਾਣਾ? ਤਸ਼ਬੀਹਾਂ ਕਿਹੋ ਜੀਆਂ। ਅੱਛਾ। ਅੱਗੇ ਕਹਿੰਦੇ ਹੁੰਦੇ ਸੀਗੇ ਵੀ ਭਾਈ ਜਿਹੜੇ ਨੈਣ ਆ ਉਹ ਤਾਂ ਇਉਂ ਹਨ, ਜਿਹੜਾ ਲੱਕ ਹੈ ਉਹ ਇਉਂ ਹੈ, ਆ ਜਿਹੜੇ ਤੋਰ ਆ ਤੇਰੀ ਇਉਂ ਹੈ। ਹੁਣ ਤਾਂ ਗੱਲਾਂ ਹੀ ਬਦਲ ਗਈਆਂ, ਹੁਣ ਤਾਂ ਉਦਾਹਰਨਾਂ ਹੀ ਹੋਰ ਕਿਸੇ ਕਿਸਮ ਦੀਆਂ। ਤੇ ਮੈਂ ਤਾਂ ਹੈਰਾਨ ਆ ਉਹਦੀ ਗੱਲ ਦੇ ਉੱਤੇ, ਕਹਿੰਦੀ ਵੀ ਮੁੱਕ ਜਾਣੀਆਂ ਬੰਦੂਕ ਦੀਆਂ ਗੋਲੀਆਂ ਤੇ ਨਹੀਂ ਉਹ ਨਖਰੇ ਜੱਟੀ ਦੇ ਮੁੱਕੜੇ। ਹਾਂਜੀ। ਹਾਂ, ਵਿੱਚ ਉਹ ਕਹਿੰਦੀ ਵੀ ਵੈਲੀ ਬੜਾ ਕਮਾਲ ਦਾ ਹੁੰਦਾ, ਵਿੱਚ ਇੱਕ ਮੇਰੇ ਵਰਗਾ ਹੋਰ ਆਉਂਦਾ, ਉਹ ਹੋਰ ਗੱਲਾਂ ਕਹੀ ਜਾਂਦਾ ਵੀ ਆਪਾਂ ਤੇਰਾ ਯਾਰ ਐਂ ਕਰਦਾ। ਉਹ ਤਾਂ ਨਾ ਸੱਚੀ ਮੁੱਚੀ ਗਾਜਰਾਂ ਵਾਂਗੂ ਪਿਸਤੌਲ ਚੱਕੀ ਫਿਰਦੇ ਵਿੱਚ। ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਹੁਣ ਤੱਕ ਅਸੀਂ ਹਰਮਨ ਜੀ ਇਹ ਕਹਿੰਦੇ ਹੁੰਦੇ ਸੀਗੇ ਵੀ ਮੁੰਡੇ ਆ ਨਾ ਜਿਹੜੇ, ਉਹ ਹਿੰਸਕ ਗੀਤ ਬਹੁਤ ਪੇਸ਼ ਕਰਦੇ ਆ ਜੀ। ਤੇ ਮੁੰਡੇ ਜਿਹੜੇ ਕੁੜੀਆਂ ਦੇ ਬਾਬਤ ਗਲਤ ਧਾਰਨਾ ਰੱਖਦੇ ਆਪਣੇ ਗੀਤਾਂ ਦੇ ਜ਼ਰੀਏ ਜੀ, ਤੇ ਕੁੜੀਆਂ ਦੇ ਬਾਬਤ ਇਦਾਂ ਦੀ ਸੋਚ ਨਹੀਂ ਰੱਖਣੀ ਚਾਹੀਦੀ ਤੇ ਸਾਨੂੰ ਹਿੰਸਕ ਗੀਤ ਨਹੀਂ ਪੇਸ਼ ਕਰਨੇ ਚਾਹੀਦੇ। ਪਰ ਹੁਣ ਕੁੜੀਆਂ ਆਪ ਕਹਿੰਦੀਆਂ, ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ ਕੁੜੀ ਵੈਲੀ ਨਾਲ ਮੰਗੀ ਹੋਈ ਆ। ਮਾਣ ਬੜਾ ਹੁੰਦਾ ਵੀ ਮੈਂ ਤਾਂ ਵੈਲੀ ਨਾਲ ਮੰਗੀ ਹੋਈ ਆ ਜੀ। ਕਿੱਥੇ ਪਹਿਲਾਂ ਵੈਲੀ ਹੋਣਾ ਵੀ ਜਿਹੜਾ ਉਹ ਮਾੜਾ ਮੰਨਿਆ ਜਾਂਦਾ ਹੁੰਦਾ ਸੀ, ਤੇ ਹੁਣ ਇਸ ਬੀਬੀ ਨੇ ਇਹ ਗੀਤ ਗਾਤਾ ਵੀ ਭਾਈ ਮੇਰੇ ਤਾਂ ਨੈਣ ਬੰਦੂਕ ਦੀਆਂ ਗੋਲੀਆਂ ਨੂੰ ਮੁਕਾ ਦਿੰਦੇ ਹੁੰਦੇ ਆ ਤੇ ਮੇਰੀ ਇਸ ਜਿਹੜੀ ਆ ਬਸ ਨੈਣਾ ਨਾ ਇਹ ਤਾਂ ਇਹਦੇ ਚੋਂ ਛੱਲਾਂ ਉੱਠਦੀਆਂ ਜਿਵੇਂ ਭਾਖੜਾ ਦੇ ਪਾਣੀ ਦੇ ਵਿੱਚ ਉੱਠਦੀਆਂ ਹੁੰਦੀਆਂ। ਮੈਂ ਆਖਿਆ ਵੀ ਕਮਾਲ ਹੋ ਗਈ, ਕਿਤੇ ਫਲੱਡ ਫਲੂਡ ਨਾ ਆ ਜੇ। ਟਾਣਾ ਸਾਹਿਬ ਗੀਤਾਂ ਬਾਰੇ ਤਾਂ ਕਿਆ ਹੀ ਕਹਿਣੇ। ਦੇਖੋ ਗੱਲ ਇਹ ਹੈ ਵੀ ਜੇ ਅਸੀਂ ਗੀਤਾਂ ਬਾਰੇ ਬੋਲਦੇ ਆ ਹਨਾ ਤੇ ਲੋਕ ਸੁਣਦੇ ਨੇ ਤਾਂ ਅਗਲੇ ਗਾਉਂਦੇ ਨੇ। ਭਾਈ ਹੁਣ ਜਿਹਦੇ ਕੋਲ ਜਿਹੜੀ ਤੁਸੀਂ ਗੱਲ ਕਹਿੰਦੇ ਹੁੰਨੇ ਹੋ ਵੀ ਟੈਂਕੀ 'ਚ ਜਿੰਨਾ ਪਾਣੀ, ਜੇ ਪਾਣੀ ਹੋਊਗਾ ਤਾਂ ਟੂਟੀ ਰਾਹੀਂ ਉਹੀ ਪਾਣੀ ਬਾਹਰ ਆਊਗਾ। ਹੁਣ ਜਿਹਨੇ ਜੋ ਸਿੱਖਿਆ, ਜਿਹੜਾ ਜਿੰਨਾ ਕੁ ਸਾਹਿਤ ਦੇ ਨੇੜੇ ਆ, ਜਿਹੜਾ ਜਿੰਨਾ ਕੁ ਪੜ੍ਹਦਾ ਉਹੋ ਜਿਹੀਆਂ ਹੀ ਗੱਲਾਂ ਕਰੂਗਾ ਨਾ ਅੱਗੇ ਉਹ ਵੀ। ਸੋ ਲੋਕ ਸੁਣਦੇ ਨੇ ਭਾਈ ਤਾਂ ਇਹੋ ਜਿਹੇ ਗੀਤ ਗਾਉਂਦੇ ਨੇ। ਅੱਜ ਲੋਕ ਸੁਣਨਾ ਬੰਦ ਕਰ ਦੇਣ, ਮੁੜ ਕੇ ਇਹੋ ਜਿਹੇ ਗੀਤ ਕਦੇ ਨਹੀਂ ਆਉਣਗੇ। ਬਿਲਕੁਲ ਸਹੀ ਗੱਲ ਹੈ। ਤੇ ਮੇਰੀ ਇੱਕ ਬੇਨਤੀ ਹੈ ਕੁੜੀਆਂ ਚਿੜੀਆਂ ਨੂੰ, ਵੈਸੇ ਤਾਂ ਮੁੰਡਿਆਂ ਨੂੰ ਵੀ ਬੇਨਤੀ ਹੈ ਵੀ ਉਮਰ ਦਾ ਪੜਾਅ ਸਾਰੀ ਉਮਰ ਇੱਕੋ ਜਿਹਾ ਨਹੀਂ ਰਹਿੰਦਾ। ਗਾਣੇ ਇਹੋ ਜਿਹੇ ਗਾਓ ਜਿਹੜੇ ਤੁਹਾਨੂੰ 10 ਸਾਲ ਬਾਅਦ ਖੁਦ ਨੂੰ ਚੰਗੇ ਲੱਗਣ ਕਿ ਭਾਈ ਮੈਂ ਇਹ ਗਾਣਾ ਗਾਇਆ ਸੀ, ਅੱਜ ਵੀ ਮੈਨੂੰ ਚੰਗਾ ਲੱਗ ਰਿਹਾ ਤੇ 10 ਸਾਲ ਪਹਿਲਾਂ ਜਿਹੜਾ ਮੈਂ ਗਾਇਆ ਸੀ ਯਾਰ ਮੇਰੀ ਸੋਚ ਇੰਨੀ ਪਰਫੈਕਟ ਸੀ, ਉਦੋਂ ਮੈਂ ਇੰਨੀ ਖੂਬਸੂਰਤ ਗੱਲ ਕਰਦੀ। ਜਦੋਂ ਆਪਦੇ ਨਿਆਣੇ ਹੋ ਗਏ ਤੇ ਆਪਾਂ ਕੀ ਕਵਾਂਗੇ ਵੀ ਮੇਰੇ ਨੈਣ ਉਹਦਾ ਬੰਦੂਕ ਦੀਆਂ ਗੋਲੀਆਂ ਹੁੰਦੇ ਸੀਗੇ। ਬਹੁਤ ਸਾਰੀਆਂ ਗਾਇਕਾਵਾਂ ਇਹੋ ਜਿਹੀਆਂ ਨੇ ਅੱਜ ਵੀ, ਜਿਨ੍ਹਾਂ ਨੂੰ ਅਸੀਂ ਚਾਹੇ ਉਹ ਅੱਜ ਤੋਂ ਕਹਿ ਲਓ ਵੀ 50 ਸਾਲ ਪਹਿਲਾਂ ਗਾਉਂਦੀਆਂ ਸੀ, 30 ਸਾਲ ਪਹਿਲਾਂ ਗਾਉਂਦੀਆਂ ਸੀ, 20 ਸਾਲ ਪਹਿਲਾਂ ਗਾਉਂਦੀਆਂ ਸੀ, ਪਰ ਅੱਜ ਵੀ ਜੇ ਅਸੀਂ ਉਹਨਾਂ ਨੂੰ ਸੁਣਦੇ ਆ ਤਾਂ ਐਨ ਤਰੋ ਤਾਜ਼ਾ ਨਵੇਂ ਨਕੋਰ ਗੀਤ ਲੱਗਦੇ ਨੇ ਤੇ ਅੱਜ ਵੀ ਸੁਣਨੇ ਚੰਗੇ ਲੱਗਦੇ ਨੇ। ਸੋ ਇਹ ਸੋਚ ਕੇ ਗੀਤ ਗਾਉਣੇ ਚਾਹੀਦੇ। ਇੱਕ ਮੈਨੂੰ ਜਾਣਕਾਰੀ ਚ ਵਾਧਾ ਕਰੋ ਵੀ ਜਿਹੜੇ ਸੰਦਲੀ ਨੈਣ ਕਿਹੋ ਜਿਹੇ ਹੁੰਦੇ ਆ। ਮੈਨੂੰ ਨਹੀਂ ਪਤਾ, ਮੈਂ ਬੜਾ ਲੱਭੀ ਜਾਂਦਾ। ਮੈਂ 2-3 ਗਾਣੇ ਸੁਣੇ ਮੇਰੇ ਸੰਦਲੀ ਨੈਣ ਜੀ। ਮੈਂ ਕਿਹਾ ਵੀ ਚਲੋ ਬਿੱਲੇ ਨੈਣ ਵੀ ਦੇਖ ਲੈ, ਆ ਗੁਲਾਬੀ ਆਂਖੇ ਜੋ ਤੇਰੀ ਦੇਖੀ, ਮੈਂ ਇਹ ਵੀ ਗਾਣਾ ਸੁਣ ਲਿਆ। ਅੱਛਾ, ਠੀਕ ਆ ਵੀ ਬੜੇ ਇਹੋ ਜਿਹੇ ਗਾਣੇ ਵੀ ਤੇਰੀਆਂ ਭੂਰੀਆਂ ਅੱਖਾਂ ਨਹੀਂ, ਤੂੰ ਅੱਖਾਂ ਦੇ ਨਾਲ ਕਾਲਜਾ ਕੱਢ ਕੇ ਲੈ ਜੰਨੀ ਆ, ਤੇਰੀਆਂ ਅੱਖਾਂ ਜਿਹੜੀਆਂ ਉਹ ਤਾਂ ਮਾਤ ਪਾਉਂਦੀਆਂ ਐ ਬਸ ਅੰਬਰਾਂ ਨੂੰ ਟਾਕੀ ਲਾ ਛੱਡਦੀਆਂ, ਤੂੰ ਐਂ ਕਰ ਦਿੰਨੀ ਆ ਉਹ ਕਰ ਦਿੰਨੀ ਆ। ਸੰਦਲੀ ਨੈਣ ਕਿਹੋ ਜਿਹਾ ਹੁੰਦਾ ਮੈਂ ਲੱਭਣਾ। ਆਪਣੇ ਦਰਸ਼ਕਾਂ ਨੂੰ ਪੁੱਛ ਲੈਂਦੇ ਆ ਵੀ ਜੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਵੀ ਸੰਦਲੀ ਨੈਣ ਕਿਹੜੇ ਹੁੰਦੇ ਨੇ ਤਾਂ ਸਾਨੂੰ ਜ਼ਰੂਰ ਦੱਸਿਓ। ਹੋ ਸਕਦਾ ਹੈ ਕਿ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਹੋ ਜਾਵੇ। ਬਾਕੀ ਅੱਜ ਮੈਂ ਤੁਹਾਡੇ ਲਈ ਤੋਹਫਾ ਲੈ ਕੇ ਗਈ ਟਾਣਾ ਸਾਹਿਬ, ਛੱਡੋ ਸਾਰੀਆਂ ਗੱਲਾਂ। ਕੀ ਥੋੜਾ ਜਿਹਾ ਗਰਮ ਹੋ ਸਕਦਾ ਹੈ ਤੋਹਫਾ, ਪਰ ਤੁਹਾਡੇ ਕੰਮ ਬਹੁਤ ਆਊਗਾ। ਨਾਲੇ ਤੁਹਾਡੇ ਲਈ ਇੱਥੋਂ ਲੈ ਕੇ ਜਾਣਾ ਸੌਖਾ। ਦੇਖੋ ਭਾਰਪੂਰ ਦਾ ਕੋਈ ਚੱਕਰ ਨਹੀਂ ਤੇ ਤੁਸੀਂ ਪੰਜਾਬ ਜਾ ਕੇ ਚੇਤਾ ਕਰੋਗੇ ਮੈਨੂੰ। ਨਹੀਂ ਤੁਹਾਡੇ ਲੀੜੇ ਜਿਹੜੇ ਵਧੀਆ ਐਨ ਵੱਟ ਕੱਢ ਦੋ। ਲੀੜਿਆਂ ਦੇ ਵੱਟ ਕੱਢ ਦੋ ਜੀ। ਲੀੜਿਆਂ ਦੇ ਵੱਟ ਕੱਢ ਦੋ ਜੀ। ਤੇ ਮੈਂ ਤਾਂ ਲੀੜੇ ਪ੍ਰੈਸ ਕਰ ਲੈਣਾ ਹੁੰਦਾ ਕਦੇ ਕਦੇ। ਹਾਂ ਤੇ ਮੈਂ ਪ੍ਰੈਸ ਲੈ ਕੇ ਆਈ ਆ ਤੁਹਾਡੇ ਲਈ। ਤੇ ਤੁਸੀਂ ਪ੍ਰੈਸ ਕਿੱਥੇ ਮੈਨੂੰ ਦੱਸਦੀ ਨਹੀਂ। ਆ ਵੇਖੋ। ਵਾਹ, ਨਾ ਸਾਹਿਬ ਲੈ ਕੇ ਜਾਣਾ ਤੁਸੀਂ ਪਿੰਡ। ਓਕੇ ਹਾਂ ਇਹਨੂੰ ਤੁਸੀਂ ਪਿੰਡ ਲੈ ਕੇ ਜਾਣਾ। ਅੱਛਾ। ਤੇ ਐ ਤੁਹਾਡੇ ਲੀੜੇ ਚਕਾ ਚੱਕ ਵਧੀਆ ਤਰੀਕੇ ਨਾਲ ਇਸਤਰੀ ਹੋ ਜਾਣੀ। ਅੱਛਾ। ਹਾਂ, ਇਸਤਰੀ ਨਹੀਂ ਕਹਿਣਾ, ਮੈਂ ਕਹੀ ਨਹੀਂ, ਧਿਆਨ ਉਹਨੂੰ ਕਹਿਣਾ ਵੀ ਵੱਟ ਕੱਢਣੇ ਆ। ਵੱਟ ਕੱਢਦੇ ਨਹੀਂ ਵੱਟ। ਵਾਹ, ਤੁਸੀਂ ਵੇਖੋ ਕਿਆ ਕਮਾਲ ਦੀ ਚੀਜ਼ ਹੈ ਇਹ। ਇਹ ਪ੍ਰੈਸ ਨੂੰ ਪਾਣੀ ਲਾਇਆ ਜਾਵੇ ਨਾ ਜੇ, ਇਹ ਵੱਡੀ ਹੋ ਜਾਣੀ ਹੈ। ਇਹਨੂੰ ਥੋੜੀ ਜਿਹੀ ਰੂੜੀ ਪਾਈ ਜਾਵੇ, ਖਾਦ ਪਾਈ ਜਾਵੇ ਜੀ। ਇਹਦੇ ਤੇ ਮਤਲਬ ਉਹ ਛੁੰਡੀ ਸੰਡੀ ਲੱਗ ਗਈ ਇਹਨੂੰ, ਜਾਂ ਇਹਨੂੰ ਟਿੱਡੀ ਦਲ ਪੈ ਗਿਆ। ਇੱਕ ਪੋਸ਼ਣ ਦਾ ਸ਼ਿਕਾਰ ਹੋਈ ਹੈ। ਇੱਕ ਪੋਸ਼ਣ ਦਾ ਸ਼ਿਕਾਰ ਆ ਵਾਕਈ। ਚਲੋ ਕੋਈ ਗੱਲ ਨਹੀਂ, ਤੁਸੀਂ ਪੰਜਾਬ ਲੈ ਜਾਓ ਇਹਨੂੰ। ਠੀਕ ਆ। ਤੇ ਉੱਥੇ ਜਾ ਕੇ ਪਾਣੀ ਪਾਉਣਾ ਇਹਨੂੰ ਰੋਜ਼, ਖਾਦ ਪਾਉਣੀ। ਅਸੀਂ ਤੁਹਾਨੂੰ 6 ਮਹੀਨਿਆਂ ਬਾਅਦ ਪੁੱਛਾਂਗੇ ਵੀ ਪ੍ਰੈਸ ਕਿੱਡੀ ਹੋ ਗਈ ਹੈ। ਠੀਕ ਹੈ। ਤੇ ਹੁਣ ਆਪਾਂ ਅਗਲੀ ਗੱਲ ਵੱਲ ਨੂੰ ਚੱਲਦੇ ਹਾਂ। ਟਾਣਾ ਸਾਹਿਬ ਧਨੀਆ ਵੇਖਿਆ ਕਦੀ? ਹੱਦ ਹੋ ਗਈ, ਧਨੀਆ ਵੇਖਿਆ ਕਦੇ? ਤੇ ਭਾਈ ਆਪਾਂ ਆਪ ਬੀਜਦੇ ਰਹੇ ਆ, ਮੈਂ ਤਾਂ ਹੁਣ ਵੀ ਬੀਜਦਾ। ਕਿੰਨਾ ਕੁ ਫੁੱਟ ਉੱਚਾ ਹੁੰਦਾ ਉਹ ਧਨੀਆ? ਹੁੰਦਾ ਇਹ ਐਡਾ ਜਾਂ ਇਧਰ ਚ ਐਸਾ ਤੋਂ ਹੈ ਨਾ, ਐਡਾ ਉੱਚਾ ਹੋ ਜਾਂਦਾ। ਥੋੜਾ ਨੀਵਾ ਕਰੋ। ਨਹੀਂ ਸਾਡੇ ਐਡਾ ਹੋ ਜਾਂਦਾ। ਸਾਡੇ ਵਾਲੇ ਬੰਨੇ ਨਹੀਂ ਹੁੰਦਾ, ਉਹ ਥੋੜਾ ਨੀਵਾ।
ਐਡਾ ਧਨੀਆ। ਸਾਡੀ ਤਾਂ ਹੀ ਪ੍ਰੈਸ ਵੀ ਛੋਟੀ ਰਹਿ ਗਈ, ਤਾਂ ਹੀ ਸਾਡਾ ਧਨੀਆ ਵੀ ਛੋਟਾ ਰਹਿ ਜਾਂਦਾ ਹੈ। ਪਰ ਮੈਂ ਤੁਹਾਡੇ ਤੋਂ ਸਿੱਖਣਾ ਵੀ ਐਡਾ ਉੱਚਾ ਧਨੀਆ ਕਿਵੇਂ ਹੁੰਦਾ ਹੈ। ਪਰ ਆਪਾਂ ਦੋਵਾਂ ਨੇ ਇੱਕ ਭਾਈ ਸਾਹਿਬ ਕੋਲ ਜਾਣਾ। ਇਹ ਭਾਈ ਸਾਹਿਬ ਨਾ ਜਿਹੜੇ ਇਹ ਥੋੜੇ ਦੂਰ ਰਹਿੰਦੇ ਨੇ, ਉੱਤਰਾਖੰਡ ਦੇ ਵਿੱਚ ਨੇ, ਤੇ ਇਹਨਾਂ ਦਾ ਨਾਮ ਹੈਗਾ ਗੋਪਾਲ ਉਪਰੇਤੀ। ਗੋਪਾਲ ਉਪਰੇਤੀ ਸਾਹਿਬ ਜੀ। ਤੇ ਇਹਨਾਂ ਨੂੰ ਆਪਾਂ ਮਿਲਣਾ ਕਿਉਂਕਿ ਇਹਨਾਂ ਤੋਂ ਸਿੱਖਣਾ ਵੀ ਧਨੀਆ ਕਿਵੇਂ ਲਾਈਏ। ਕਿਸਾਨ ਵੀਰੋ, ਧਨੀਆ ਕਿਵੇਂ ਲਾਈਏ ਆਪਾਂ ਸਿੱਖਾਂਗੇ ਗੋਪਾਲ ਜੀ ਤੋਂ। ਜੀ, ਕਿਉਂਕਿ ਗੋਪਾਲ ਜੀ ਨੇ 7 ਫੁੱਟ 1 ਇੰਚ ਉੱਚਾ ਧਨੀਆ ਲਾਤਾ। ਇਹ ਕਿਤੇ ਗੰਨੇ ਨੂੰ ਧਨੀਆ ਤਾਂ ਨਹੀਂ ਕਹਿਣ ਲੱਗੇ, ਕਿਤੇ ਕਮਾਦ ਨੂੰ ਧਨੀਆ ਕਹੀ ਜਾਂਦੇ ਹੁਣ। ਨਹੀਂ ਨਹੀਂ ਟਾਣਾ ਸਾਹਿਬ, ਇਹ ਧਨੀਆ ਹੀ ਹੈ ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇਹਨਾਂ ਦਾ ਨਾਮ ਦਰਜ ਹੋ ਗਿਆ। ਅੱਛਾ ਜੀ। ਜੀ, ਇਹਨਾਂ ਦੇ ਜਿਹੜਾ ਕਹਿੰਦੇ ਵੀ ਬਾਬੇ ਦੀ ਕਿਰਪਾ ਨਾਲ ਚੰਗਾ ਕੱਦ ਕੱਢਿਆ ਧਨੀਏ ਨੇ। ਬਿਲਕੁਲ। ਇਸ ਧਨੀਏ ਨੂੰ ਕੋਈ ਬਾਸਕਟਬਾਲ ਖੇਡਿਆ ਕਰੇ। ਤੁਸੀਂ ਇਹ ਵੇਖੋ, ਇਹਨਾਂ ਜਿਹੜਾ ਖੇਤ ਹੈ ਇਹ ਨਾ ਕਈ ਚੀਜ਼ਾਂ ਲਾਉਂਦੇ ਨੇ, ਜਿਵੇਂ ਸੇਬ ਲਾਉਂਦੇ ਨੇ, ਖੁਮਾਨੀ ਲਾਉਂਦੇ ਨੇ, ਹੋਰ ਕਈ ਸਾਰੇ ਫਲ ਜਿਹੜੇ ਨੇ ਉਹ ਲਾਉਂਦੇ ਨੇ, ਸਬਜ਼ੀਆਂ ਉਗਾਉਂਦੇ ਨੇ, ਤੇ ਆਮ ਹੀ ਇਹਨਾਂ ਦੇ ਜਿਹੜੇ ਬੂਟੇ ਆ ਬਹੁਤ ਉੱਚੇ ਉੱਚੇ ਹੋ ਜਾਂਦੇ ਨੇ। ਜੀ, ਤੁਸੀਂ ਇਹ ਵੇਖੋ ਵੀ ਇਹਨਾਂ ਨੇ ਨਾ ਹੁਣ 7 ਫੁੱਟ 1 ਇੰਚ ਦਾ ਜਿਹੜਾ ਖੜਾ ਧਨੀਆ ਜਿਹੜਾ ਉਗਾ ਦਿੱਤਾ, ਜਿਹਦੇ ਕਰਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਨਾ ਨਾਂ ਦਰਜ ਹੋਇਆ। ਤੇ ਉਸ ਤੋਂ ਇਲਾਵਾ ਜਿਹੜੇ ਖੇਤ ਦੇ ਵਿੱਚ ਨਾ 7 ਫੁੱਟ ਦੇ ਵੀ ਕਈ ਪੌਦੇ ਹੈਗੇ ਨੇ। ਜੀ, ਤੇ ਉਸ ਤੋਂ ਇਲਾਵਾ ਬੂਟੇ ਦੇ ਤਣੇ ਦੀ ਜੇ ਗੱਲ ਕਰੀਏ ਤੇ ਤਣਾ ਹੀ ਜਿਹੜਾ ਔਸਤ ਗੁਲਾਈ ਆ ਉਹਦੀ ਉਹ 5 ਤੋਂ 10 ਫੁੱਟ ਦੇਖੀ ਗਈ ਆ। ਅੱਛਾ ਜੀ। ਅਸਲ ਦੇ ਵਿੱਚ ਇਹ ਧਨੀਆ ਬੋੜ ਬਣਨ ਦਾ ਚਾਹਵਾਨ ਸੀ। ਇਹਨੂੰ ਕਈ ਮਜਬੂਰੀਆਂ ਰੋਕ ਕੇ ਬਹਿ ਗਈਆਂ। ਇਹ ਵੱਡਾ ਹੋ ਕੇ ਬੋੜ ਬਣੂਗਾ। ਪਰ ਬਿਲਕੁਲ ਤੁਸੀਂ ਵੇਖੋ ਜੈਵਿਕ ਆ। ਕੋਈ ਕਹਿੰਦੇ ਮੈਂ ਇੱਥੇ ਸਪਰੇਅ ਨਹੀਂ ਕੀਤੀ, ਕੋਈ ਵਾਧੂ ਚੀਜ਼ ਨਹੀਂ ਇਹਨੂੰ ਪਾਈ ਜਿਹਦੇ ਕਰਕੇ ਐਡਾ ਕੱਦ ਕੱਢ ਗਿਆ ਹੋਵੇ। ਪਤਾ ਨਹੀਂ ਕਿਹਦੇ ਤੇ ਕੱਦ ਗਿਆ ਧਨੀਆ ਦਾ। ਪਤਾ ਨਹੀਂ ਬਈ, ਮੈਂ ਤਾਂ ਕਹਿੰਦਾ ਇਸ ਧਨੀਏ ਨੂੰ ਵੀ ਤੂੰ ਬਾਸਕਟਬਾਲ ਖੇਡਿਆ ਕਰ। ਜੀ। ਤੂੰ ਦੇਸ਼ ਦਾ ਨਾਂ ਰੋਸ਼ਨ ਕਰੇਗਾ। ਇਹ ਬਾੜਾ ਹੀ ਠੰਡਾ ਹੋਣਾ ਧਨੀਆ ਨਾ, ਜਿਹੜਾ ਐਡਾ ਉੱਚਾ ਹੋ ਗਿਆ। ਇਹ ਭਾਈ ਸਾਹਿਬ ਨੂੰ ਪਤਾ ਕਰਨਾ ਚਾਹੀਦਾ ਵੀ ਖੇਤ ਦੇ ਵਿੱਚ ਕੋਈ ਲੰਮਾ ਉੱਚਾ ਗੱਭਰੂ ਤਾਂ ਨਹੀਂ ਕਿਤੇ ਗੇੜੀ ਲਾਉਣ ਆਉਂਦਾ ਸੀ ਜਿਹਨੂੰ ਵੇਖ ਕੇ ਧਨੀਏ ਨੇ ਐਡਾ ਕੱਦ ਕੱਢ ਲਿਆ ਹੋਵੇ, ਹਨਾ। ਸੋ ਖੈਰ ਮਿਹਨਤ ਹੈ ਜੀ, ਪਿਆਰ ਦੇ ਨਾਲ ਜਦੋਂ ਤੁਸੀਂ ਬੂਟੇ ਪਾਲਦੇ ਹੋ ਤੇ ਫਿਰ ਜ਼ਰੂਰ ਵੈਸੇ ਨਾ ਗਿਨੀਜ਼ ਬੁੱਕ ਦੇ ਵਿੱਚ ਜਦੋਂ ਨਾਂ ਆਉਂਦੇ ਆ ਵੀ ਆਹ ਗਾਂ ਬਹੁਤ ਦੁੱਧ ਦਿੰਦੀ ਹੈ, ਆਹ ਮੱਝ ਬਹੁਤ ਦੁੱਧ ਦਿੰਦੀ ਹੈ, ਫਲਾਣੀ ਕੁਕੜੀ ਆਂਡੇ ਬਹੁਤ ਵੱਡੇ ਵੱਡੇ ਦਿੰਦੀ ਹੈ, ਉਹਦੇ ਨਾਂ ਬੜੇ ਕਮਾਲ ਦੇ ਵਿੱਚ ਸ਼ਾਮਲ ਹੋ ਜਾਂਦੇ ਆ। ਹੁਣ ਮੈਂ ਆਪਣੇ ਨਾਲ ਸੋਚਿਆ ਕਹਿੰਦੇ ਵੀ ਇੱਕ ਅਮਰੀਕਾ ਦੇ ਵਿੱਚ ਗਾਂ ਉਹ ਬਸ ਨਾ ਦੁੱਧ ਦੇ ਟਾਪੀ ਭਰ ਦਿੰਦੀ ਆ, ਤੇ ਮੈਂ ਸੋਚਿਆ ਵੀ ਸਾਡੇ ਪਿੰਡ ਦੇ ਵੱਲ ਕਿਉਂ ਨਹੀਂ ਇਹੋ ਜਿਹੀ ਖਬਰ ਆਉਂਦੀ। ਹੁਣ ਫਿਰ ਮੈਂ ਸੋਚਿਆ, ਮੈਂ ਕਿਹਾ ਇੱਕ ਜਾਣੇ ਨੇ ਤਾਂ ਉਹ ਮਗਰ ਨਿਆਣਾ ਪਾਇਆ ਹੁੰਦਾ, ਇੱਕ ਜਿਹੜਾ ਮੂਹਰੇ ਡਾਂਗ ਲੈ ਕੇ ਖੜਾ ਹੁੰਦਾ, ਇੱਕ ਜਣਾ ਚੋਦਾ ਹੁੰਦਾ, ਉਹ ਜਿਹੜਾ ਪਾਇਆ ਹੁੰਦਾ ਉਹ ਵੀ ਚੜਾ ਜਾਂਦੀ ਦੁੱਧ, ਉਹ ਨਹੀਂ ਕਿੱਥੇ ਜਾਣਾ। ਸਾਡਾ ਗਿਨੀਜ਼ ਬੁੱਕ ਚ ਨਾ ਕਿੱਥੇ ਪੂਰੇ ਡਰਾਉਣੇ ਤਰੀਕੇ ਨਾਲ ਧਾਰਾ ਕੱਢਦੇ ਆ ਅਸੀਂ ਤੇ ਗਾਵਾਂ ਨੂੰ ਟੀਕਾ ਲਾਉਣ ਨੂੰ ਖੜਾ ਹੁੰਦਾ ਨਹੀਂ। ਵਾਕਈ ਗੱਲ ਤੁਹਾਡੀ ਸਹੀ ਹੈ। ਪਰ ਖੈਰ ਕੋਈ ਨਹੀਂ, ਹੌਲੀ ਹੌਲੀ ਜੇਕਰ ਅਸੀਂ ਚੱਜ ਨਾਲ ਕੰਮ ਕਰਨੇ ਸਿੱਖ ਲਈਏ ਤਾਂ ਮੈਨੂੰ ਲੱਗਦਾ ਚੰਗੀਆਂ ਖਬਰਾਂ ਉਧਰੋਂ ਵੀ ਆਉਣਗੀਆਂ। ਬਾਕੀ ਪ੍ਰੈਸ ਧਿਆਨ ਨਾਲ ਲੈ ਜਾਓ। ਹਾਂਜੀ, ਚੇਤਾ ਰੱਖਿਓ ਤੁਸੀਂ, 7 ਬੱਚੇ ਭੁੱਲ ਨਾ ਜਾਇਓ। ਕੱਲ ਨੂੰ ਅਸੀਂ ਵੀ ਆਪਣੇ ਲੀੜੇ ਭੇਜ ਦਿਆ ਕਰਾਂਗੇ, ਚੰਗੀ ਤਰ੍ਹਾਂ ਇਸਤਰੀ ਕਰਨੇ ਨੇ ਇਹਦੇ ਨਾਲ, ਤੇ ਖਾਦ ਪਾਉਣੀ, ਪਾਣੀ ਦੇਣਾ, ਇਹ ਵੀ ਵੱਡੀ ਹੋ ਕੇ ਕੁਝ ਬਣੂਗੀ। ਬਿਲਕੁਲ ਸਹੀ। ਤੇ ਫਿਲਹਾਲ ਲਈ ਪ੍ਰੋਗਰਾਮ ਨੂੰ ਸਮੇਟਦੇ ਹਾਂ ਜੀ, ਜਾਣਦਾ ਹੋ ਗਿਆ ਵੇਲਾ, ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।